ਅੱਜ ਆਓ ਅਸੀਂ ਇਸ ਪਵਿੱਤਰ ਸਬਤ ਦੇ ਦਿਨ ਆਗਿਆਕਾਰਿਤਾ ਦੁਆਰਾ ਦਿੱਤੀ ਗਈ ਮੁਕਤੀ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਬਚਨ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ ਅਤੇ ਇੱਕ ਵਾਰ ਫਿਰ ਮਹਿਸੂਸ ਕਰੀਏ ਕਿ ਅਸਲ ਵਿੱਚ ਪਰਮੇਸ਼ਵਰ ਦੇ ਬਚਨ ਦੀ ਪਾਲਣਾ ਕਰਨਾ ਕਿੰਨਾ ਕੀਮਤੀ ਅਤੇ ਸੋਹਣਾ ਹੈ। ਪਿਤਾ ਇਸ ਧਰਤੀ ਉੱਤੇ ਸਰੀਰ ਧਾਰ ਕੇ ਆਏ ਅਤੇ ਸਵਰਗ ਜਾਣ ਤੋਂ ਪਹਿਲਾਂ ਇਸ ਅੰਤਿਮ ਸੰਦੇਸ਼ ਨੂੰ ਛੱਡਿਆ। ਜੇਕਰ ਤੁਸੀਂ ਸਵਰਗੀ ਮਾਤਾ ਜੀ ਦੀ ਗੱਲ ਸੁਣਦੇ ਹੋ ਤਦ ਤੁਹਾਨੂੰ ਸੌਣ ਵੇਲੇ ਵੀ ਚੌਲਾਂ ਦਾ ਕੇਕ ਮਿਲੇਗਾ। 37 ਸਾਲਾਂ ਬਾਅਦ ਵੀ ਮੈਂ ਇਸ ਸੰਦੇਸ਼ ਨੂੰ ਨਹੀਂ ਭੁੱਲ ਸਕਦਾ। ਜੇਕਰ ਅਸੀਂ ਇਸ ਨੂੰ ਸੰਖੇਪ ਵਿੱਚ ਕਹੀਏ ਤਦ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਮਾਤਾ ਜੀ ਦੀ ਆਗਿਆ ਮੰਨਣੀ ਚਾਹੀਦੀ ਹੈ। ਉਹਨਾਂ ਦੇ ਵਚਨਾਂ ਵਿੱਚ ਇੱਕ ਸਿੱਖਿਆ ਸ਼ਾਮਿਲ ਹੈ। ਜੇਕਰ ਤੁਸੀਂ ਮਾਤਾ ਜੀ ਦੇ ਵਚਨਾਂ ਉੱਤੇ ਪੂਰਾ ਧਿਆਨ ਦਿੰਦੇ ਹੋ ਅਤੇ ਉਹਨਾਂ ਦਾ ਪਾਲਨ ਕਰੋ ਤਦ ਬਹੁਤ ਸਾਰੀ ਚੰਗੀ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੀ ਤੁਸੀਂ ਉਮੀਦ ਨਹੀਂ ਕੀਤੀ ਸੀ। ਸਾਡੇ ਚਰਚ ਦੇ ਇੱਕ ਛੋਟੇ ਜਿਹੇ ਸਿਓਨ ਤੋਂ ਵਿਸ਼ਾਲ ਵਿਸ਼ਵਵਿਆਪੀ ਚਰਚ ਵਿੱਚ ਵਿਕਸਿਤ ਹੋਣ ਤੱਕ ਮਾਤਾ ਜੀ ਦੀਆਂ ਸਿੱਖਿਆਵਾਂ ਅਤੇ ਵਚਨਾਂ ਨੇ ਹਮੇਸ਼ਾ ਸਾਡੀ ਅਗਵਾਈ ਕੀਤੀ ਹੈ। ਉਹਨਾਂ ਦੀਆਂ ਸਿੱਖਿਆਵਾਂ ਦੁਆਰਾ ਇਹ ਖੁਸ਼ਖਬਰੀ ਪੂਰੀ ਦੁਨੀਆ ਵਿੱਚ ਫੈਲ ਗਈ ਹੈ। ਜਦੋਂ ਅਸੀਂ ਮਾਤਾ ਜੀ ਦੇ ਵਚਨਾਂ ਦਾ ਪਾਲਨ ਕਰਦੇ ਹਾਂ ਤਦ ਏਸ਼ੀਆ, ਯੂਰਪ, ਅਫਰੀਕਾ, ਓਸ਼ਨੀਆ, ਉੱਤਰੀ ਅਤੇ ਦੱਖਣੀ ਅਮਰੀਕਾ ਅਤੇ ਕੋਰੀਆ ਵਿੱਚ ਖੁਸ਼ਖਬਰੀ ਕਿਰਪਾਪੂਰਨ ਪੂਰੀ ਹੁੰਦੀ ਹੈ। ਪਰ ਜਦੋਂ ਅਸੀਂ ਸੋਚਦੇ ਹਾਂ ਮੈਨੂੰ ਪਤਾ ਹੈ ਕਿ ਇਹ ਕਿਵੇਂ ਕਰਨਾ ਹੈ ਜਾਂ ਮੈਨੂੰ ਲੱਗਦਾ ਹੈ ਕਿ ਮੈਂ ਇਹ ਕਰ ਸਕਦਾ ਹਾਂ ਤਦ ਖੁਸ਼ਖਬਰੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕਦੀ ਜਾਂ ਪੂਰੀ ਤਰ੍ਹਾਂ ਰੁਕ ਸਕਦੀ ਹੈ। ਇਸ ਸਮੇਂ ਤੱਕ ਅਸੀਂ ਅਜਿਹਾ ਹੁੰਦਾ ਦੇਖਿਆ ਹੈ। ਇਸ ਲਈ ਸਾਨੂੰ ਅੰਤ ਤੱਕ ਪਿਤਾ ਅਤੇ ਮਾਤਾ ਜੀ ਦੀ ਅਗਵਾਈ ਦੀ ਪਾਲਣ ਕਰਨਾ ਚਾਹੀਦਾ ਹੈ ਜਿੱਥੇ ਉਹ ਸਾਡੀ ਅਗਵਾਈ ਕਰਦੇ ਹਨ ਅਤੇ ਮੁਕਤੀ ਦੇ ਮਾਰਗ ਵੱਲ ਦੌੜਨਾ ਚਾਹੀਦਾ ਹੈ ਅਤੇ ਖੁਸ਼ਖਬਰੀ ਨੂੰ ਪੂਰਾ ਕਰਨਾ ਚਾਹੀਦਾ ਹੈ। ਚੋਣ ਦੇ ਦਿਨ ਤੁਸੀਂ ਹਰੇਕ ਉਮੀਦਵਾਰ ਦਾ ਮੁਲਾਂਕਣ ਕਰਦੇ ਹੋ ਅਤੇ ਫਿਰ ਇੱਕ ਨੂੰ ਵੋਟ ਦਿੰਦੇ ਹੋ। ਵੋਟ ਦੇਣ ਤੋਂ ਪਹਿਲਾਂ ਤੁਸੀਂ ਉਸ ਦੇ ਨੀਤੀਗਤ ਵਿਚਾਰਾਂ ਅਤੇ ਸ਼ਖਸੀਅਤ ਦੀ ਜਾਂਚ ਕਰਕੇ ਇਹ ਜਾਂਚਦੇ ਹੋ ਕਿ ਉਹ ਉਮੀਦਵਾਰ ਲੋਕਾਂ ਦੀ ਕਿੰਨੀ ਮਦਦ ਕਰ ਸਕਦਾ ਹੈ। ਵੋਟ ਪਾਉਣ ਤੋਂ ਪਹਿਲਾਂ ਤੁਸੀਂ ਨਿਸ਼ਚਿਤ ਤੌਰ ਤੇ ਇਹਨਾਂ ਸਾਰੇ ਮਾਮਲਿਆਂ ਦਾ ਮੁਲਾਂਕਣ ਕਰੋਗੇ। ਇਸੇ ਤਰ੍ਹਾਂ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਸਭ ਤੋਂ ਯੋਗ ਉਮੀਦਵਾਰ ਕੌਣ ਹੈ? ਜੇਕਰ 7.8 ਬਿਲੀਅਨ ਲੋਕਾਂ ਵਿੱਚੋਂ ਚੁਣਿਆ ਜਾਵੇ ਤਦ ਕਿਸ ਪ੍ਰਕਾਰ ਦਾ ਵਿਅਕਤੀ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਸਭ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਕਰੇਗਾ? ਸਭ ਤੋਂ ਵੱਧ ਕੇ ਮੇਰਾ ਮੰਨਣਾ ਹੈ ਕਿ ਜੋ ਸਭ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਕਰੇਗਾ ਇਹ ਉਹ ਹੋਵੇਗਾ ਜੋ ਪਰਮੇਸ਼ਵਰ ਦੇ ਵਚਨਾਂ ਨੂੰ ਜਿੱਥੇ ਉਹ ਸਾਡੀ ਅਗਵਾਈ ਕਰਦੇ ਹਨ ਅਮਲ ਵਿੱਚ ਲਿਆਉਂਦਾ ਹੈ। ਇਹ ਮੇਰੀ ਵਿਅਕਤੀਗਤ ਰਾਏ ਨਹੀਂ ਹੈ ਪਰ ਉਹ ਹੈ ਜੋ ਬਾਈਬਲ ਸਾਨੂੰ ਸਿਖਾਉਂਦੀ ਹੈ। ਜੇਕਰ ਸਵਰਗੀ ਸਰਦੂਤ ਵੋਟ ਦੇਣ ਵਾਲੇ ਹੁੰਦੇ ਤਦ ਉਹ ਸਾਰੇ ਆਪਣੀ ਵੋਟ ਪਾਉਂਦੇ। ਜੇਕਰ ਵਿਅਕਤੀ A, ਵਿਅਕਤੀ B ਅਤੇ ਵਿਅਕਤੀ C ਹੈ ਤਦ ਉਹ ਕਿਹੜਾ ਮਾਨਕ ਹੈ ਜਿਨ੍ਹਾਂ ਦੀ ਵਰਤੋਂ ਸਰਦੂਤ ਕਰਨਗੇ? ਉਹ ਕਿਸ ਨੂੰ ਵੋਟ ਦੇਣਗੇ ਅਤੇ ਉਹ ਕਿਸ ਨੂੰ ਸਭ ਤੋਂ ਯੋਗ ਵਿਅਕਤੀ ਵਿੱਚ ਚੁਣਨਗੇ? ਮੁਕਤੀ ਦੀਆਂ ਸ਼ਰਤਾਂ ਵਿੱਚੋਂ ਜਿਸ ਨੂੰ ਸਵਰਗ ਦੇ ਪਰਮੇਸ਼ਵਰ ਨੇ ਸਥਾਪਿਤ ਕੀਤਾ ਹੈ ਸਭ ਤੋਂ ਮਹੱਤਵਪੂਰਨ ਚੀਜ਼ ਕੀ ਹੈ ਜਿਸ ਨੂੰ ਉਹ ਭਾਲਦੇ ਹਨ? ਕੀ ਉਹ ਇਹ ਨਹੀਂ ਹੋਵੇਗਾ ਕਿ ਉਹ ਪਰਮੇਸ਼ਵਰ ਦੀ ਸਿੱਖਿਆਵਾਂ ਨੂੰ ਕਿੰਨੀ ਚੰਗੀ ਤਰ੍ਹਾਂ ਅਭਿਆਸ ਕਰਦੇ ਹਨ ਅਤੇ ਉਹ ਕੌਣ ਹਨ ਜੋ ਕਿਰਪਾ ਨਾਲ ਪਰਮੇਸ਼ਵਰ ਦੀ ਸਿੱਖਿਆਵਾਂ ਦੀ ਪਾਲਣਾ ਕਰਦੇ ਹਨ? ਕੀ ਸਵਰਦੂਤ ਇਹਨਾਂ ਯੋਗਤਾਵਾਂ ਦੀ ਭਾਲ ਨਹੀਂ ਕਰਨਗੇ? ਬਾਈਬਲ ਵਿੱਚ ਦਰਜ ਕੀਤੀਆਂ ਗਈਆਂ ਕਈ ਉਦਾਹਰਨਾਂ ਵਿੱਚੋਂ ਜਦੋਂ ਆਗਿਆਕਾਰਿਤਾ ਦੀ ਗੱਲ ਆਉਂਦੀ ਹੈ ਤਦ ਅਜਿਹੇ ਮਾਮਲੇ ਸੀ ਜਿੱਥੇ ਲੋਕਾਂ ਨੇ ਸੰਪੂਰਨ ਰੂਪ ਨਾਲ ਪਰਮੇਸ਼ਵਰ ਦੇ ਬਚਨ ਦਾ ਪਾਲਨ ਕੀਤਾ ਅਤੇ ਅਜਿਹੇ ਮਾਮਲੇ ਸੀ ਜਿੱਥੇ ਲੋਕਾਂ ਨੇ ਪਹਿਲਾਂ ਤਾਂ ਆਗਿਆ ਦਾ ਪਾਲਨ ਕੀਤਾ ਪਰ ਬਾਅਦ ਵਿੱਚ ਉਹਨਾਂ ਦਾ ਮਨ ਬਦਲ ਗਿਆ ਅਤੇ ਉਹ ਅਣਆਗਿਆਕਾਰੀ ਕਰਨ ਲੱਗੇ। ਹੋਰ ਮਾਮਲਿਆਂ ਵਿੱਚ ਅਜਿਹੇ ਲੋਕ ਸੀ ਜੋ ਅੱਧੇ ਆਗਿਆਕਾਰੀ ਅਤੇ ਅੱਧੇ ਅਣਆਗਿਆਕਾਰੀ ਸੀ। ਚੌਥੇ ਮਾਮਲੇ ਵਿੱਚ ਕੁਝ ਨੇ ਸ਼ੁਰੂ ਤੋਂ ਅੰਤ ਤੱਕ ਅਣਆਗਿਆਕਾਰੀ ਕੀਤੀ। ਇਹ 4 ਪ੍ਰਕਾਰ ਬਾਈਬਲ ਵਿੱਚ ਦਰਜ ਹਨ। ਫਿਰ ਅੱਜ ਆਓ ਇਸ ਬਾਰੇ ਅਧਿਐਨ ਕਰੀਏ ਕਿ ਇਹਨਾਂ 4 ਪ੍ਰਕਾਰ ਦੇ ਲੋਕਾਂ ਵਿੱਚੋਂ ਕਿਹੜਾ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦਾ ਹੈ।
아버지께서 ਪਿਤਾ ਦੀ ਆਖਰੀ ਸਿੱਖਿਆ, 그 가르침 ਜੇਕਰ ਤੁਸੀਂ ਸਵਰਗੀ ਮਾਤਾ ਜੀ ਦੀ ਗੱਲ ਸੁਣਦੇ ਹੋ 들으면 ਤਦ ਤੁਹਾਨੂੰ ਸੌਣ ਵੇਲੇ ਵੀ ਚੌਲਾਂ ਦਾ ਕੇਕ ਮਿਲੇਗਾ। 하지 못했던 어떤 좋은 ਬਹੁਤ ਸਾਰੀਆਂ ਚੰਗੀ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੀ ਤੁਸੀਂ ਉਮੀਦ ਨਹੀਂ ਕੀਤੀ ਸੀ। 우리 하나님의 교회는 아버지와 ਸਾਡਾ ਚਰਚ ਆਫ ਗੋਡ ਸਵਰਗੀ ਪਿਤਾ ਅਤੇ ਮਾਤਾ ਜੀ ਦੀਆਂ ਕਿਰਪਾਪੂਰਨ ਸਿੱਖਿਆਵਾਂ ਦੇ ਅੰਦਰ ਇੱਕ ਛੋਟੇ ਜਿਹੇ ਹਾਊਸ ਚਰਚ ਤੋਂ 아니라 ਦੁਨੀਆ ਭਰ ਦੇ ਚਰਚਾਂ ਵਿੱਚ ਵਿਕਸਿਤ ਹੋਇਆ ਹੈ। 했다는 것. 이 모든 ਇਹ ਸਭ ਖੁਸ਼ਖਬਰੀ ਦਾ ਇੱਕ ਚੰਗਾ ਨਤੀਜਾ ਸੀ 알았을 ਜੋ ਉਦੋਂ ਹੋਇਆ ਜਦੋਂ ਅਸੀਂ ਪਰਮੇਸ਼ਰ ਤੋਂ ਆਈਆਂ ਸਿੱਖਿਆਵਾਂ ਦੀ ਪਾਲਣਾ ਕੀਤੀ। 이렇게 볼 수가 있겠습니다. 자, 그럼 ਬਾਈਬਲ ਦੀਆਂ ਸਿੱਖਿਆਵਾਂ ਤੋਂ ਆਓ ਅਸੀਂ ਵਿਵਸਥਾ ਸਾਰ ਅਧਿਆਇ 8 ਖੋਲੀਏ ਅਤੇ ਇਸ ਵਿਸ਼ੇ ਬਾਰੇ ਪਰਮੇਸ਼ਰ ਦੀ ਇੱਛਾ ਦਾ ਅਧਿਐਨ ਕਰੀਏ ਅਤੇ ਜਾਣੀਏ। 배워나가 보도록 하겠습니다. ਆਓ ਅਸੀਂ ਵਿਵਸਥਾ ਸਾਰ ਅਧਿਆਇ 8 ਉੱਤੇ ਜਾਈਏ। ਆਓ ਅਸੀਂ ਵਿਵਸਥਾ ਸਾਰ ਅਧਿਆਇ 8 ਵਚਨ 1 ਉੱਤੇ ਇੱਕ ਨਜ਼ਰ ਪਾਈਏ। ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ 모든 명령을 ਉਸ ਨੂੰ ਪੂਰਾ ਕਰਨ ਦੀ ਪਾਲਣਾ ਕਰੋ। 지켜 행하라고 했습니다. ਸਾਨੂੰ ਕਿਸ ਦਾ ਹੁਕਮ ਪਾਲਨ ਕਰਨਾ ਚਾਹੀਦਾ ਹੈ? ਸਾਨੂੰ ਪਰਮੇਸ਼ਰ ਦੇ ਹੁਕਮ ਦਾ ਪਾਲਨ ਕਰਨਾ ਚਾਹੀਦਾ ਹੈ 행하라고 했습니다. ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਖੁਸ਼ਹਾਲ ਹੋਵੋ ਅਤੇ ਉਸ ਧਰਤੀ ਵਿੱਚ ਜਾਵੋ ਜਿਸ ਦੀ ਯਹੋਵਾ ਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਹੈ ਅਤੇ ਉਸ ਉੱਤੇ ਕਬਜ਼ਾ ਕਰੋ। ਅਸੀਂ ਉਸ ਦੇਸ਼ ਦੇ ਅਧਿਕਾਰੀ ਹੋ ਸਕਦੇ ਹਾਂ ਜਿਹੜਾ ਪਰਮੇਸ਼ਰ ਨੇ ਸਾਨੂੰ ਦੇਣ ਦਾ ਵਾਅਦਾ ਕੀਤਾ ਹੈ। 구약의 ਆਤਮਿਕ ਤੌਰ ਤੇ 땅이라고 하는 것은 ਪੁਰਾਣੇ ਨਿਯਮ ਵਿੱਚ ਕਨਾਨ ਦੇਸ਼ ਸਵਰਗ ਦੇ ਰਾਜ ਨੂੰ ਸੰਕੇਤ ਕਰਦਾ ਹੈ। ਬਾਈਬਲ ਇਜ਼ਰਾਈਲੀਆਂ ਦੀ ਕਨਾਨ ਵਾਲੀ ਯਾਤਰਾ ਵਿੱਚ ਉਹਨਾਂ ਲੋਕਾਂ ਦਾ ਇਤਿਹਾਸ ਦਰਜ ਕਰਦੀ ਹੈ ਜੋ ਆਗੇਕਾਰੀ ਸੀ ਅਤੇ ਜੋ ਅਣਆਗੇਕਾਰੀ ਸੀ। ਇੱਕ ਅਜਿਹੇ ਵਿਅਕਤੀ ਦਾ ਮਾਮਲਾ ਵੀ ਹੈ ਜੋ ਕੁਝ ਹੱਦ ਤੱਕ ਆਗੇਕਾਰੀ ਅਤੇ ਕੁਝ ਹੱਦ ਤੱਕ ਅਣਆਗੇਕਾਰੀ ਸੀ ਅਤੇ ਇੱਥੋਂ ਤੱਕ ਕਿ ਸ਼ੁਰੂਆਤ ਤੋਂ ਅੰਤ ਤੱਕ ਅਣਆਗੇਕਾਰੀ ਦਾ ਮਾਮਲਾ ਵੀ ਸੀ। ਸਦੀਪਕ ਸੋ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੀ ਪ੍ਰਕਿਰਿਆ ਵਿੱਚ ਅਸੀਂ ਅਜਿਹੇ ਮਾਮਲੇ ਪਾ ਸਕਦੇ ਹਾਂ ਜਿੱਥੇ ਪਰਮੇਸ਼ਰ ਦੇ ਲੋਕ ਅੱਧੇ ਆਗੇਕਾਰੀ ਅਤੇ ਅੱਧੇ ਅਣਆਗੇਕਾਰੀ ਹਨ, ਜਾਂ ਅਜਿਹੇ ਮਾਮਲੇ ਜਿੱਥੇ ਉਹ ਪਹਿਲਾਂ ਤਾਂ 100% ਆਗੇਕਾਰੀ ਹੋ ਸਕਦੇ ਹਨ ਪਰ ਲੰਬੇ ਸਮੇਂ ਬਾਅਦ ਨਹੀਂ। ਉਹ ਇੱਕ ਪਰਤਾਵੇ ਵਿੱਚ ਪੈ ਜਾਂਦੇ ਹਨ ਜਾਂ ਉਹਨਾਂ ਦੇ ਵਿਸ਼ਵਾਸ ਦਾ ਤੇਲ ਖਤਮ ਹੋ ਜਾਂਦਾ ਹੈ ਅਤੇ ਉਹ 100% ਅਣਆਗੇਕਾਰੀ ਕਰਨ ਲੱਗਦੇ ਹਨ। 나올 수가 있을 것입니다. ਵਿਵਸਥਾ ਸਾਰ ਦੀ ਕਿਤਾਬ ਅਨੁਸਾਰ 기록된 ਇਹ ਸਾਰੀਆਂ ਘਟਨਾਵਾਂ ਇੱਕ ਨਮੂਨਾ ਅਤੇ ਪਰਛਾਵਾਂ ਹਨ ਜਿਸ ਦੁਆਰਾ ਪਰਮੇਸ਼ਰ ਸਾਨੂੰ ਸਿਖਾਉਂਦੇ ਹਨ ਕਿ ਜਦੋਂ ਤੱਕ ਅਸੀਂ ਕਨਾਨ ਵਿੱਚ ਪ੍ਰਵੇਸ਼ ਨਹੀਂ ਕਰਦੇ ਅਤੇ ਇੱਥੋਂ ਤੱਕ ਕਿ ਸਾਡੇ ਕਨਾਨ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਵੀ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਅਨੁਸਾਰ ਜਿਉਣਾ ਚਾਹੀਦਾ ਹੈ। 볼 수가 있겠습니다. ਆਓ ਵਚਨ 2 ਉੱਤੇ ਇੱਕ ਨਜ਼ਰ ਪਾਈਏ। ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ 40 ਵਰੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ ਜੋ ਉਹ ਤੁਹਾਨੂੰ ਅਧੀਨ ਕਰੇ। 그를 어떻게 했다? ਪਰਮੇਸ਼ਰ ਨੇ ਕੀ ਕੀਤਾ? 뭘 시험을 해? ਉਹਨਾਂ ਨੇ 40 ਸਾਲਾਂ ਤੱਕ ਕੀ ਪ੍ਰੀਖਿਆ ਕੀਤੀ? 40년 동안 하나님께서 ਪੂਰੇ 40 ਸਾਲਾਂ ਦੌਰਾਨ 때로 시험 ਸਮੇਂ-ਸਮੇਂ ਤੇ ਪਰਮੇਸ਼ਰ ਨੇ ਇਜ਼ਰਾਈਲੀਆਂ ਦੀ ਪ੍ਰੀਖਿਆ ਕੀਤੀ। 제시를 했습니다. ਉਹਨਾਂ ਵਿੱਚੋਂ ਹਰੇਕ ਨੂੰ ਇੱਕ ਵੱਖਰੀ ਕਿਸਮ ਦੀ ਪ੍ਰੀਖਿਆ ਦਿੱਤੀ ਗਈ ਸੀ 너를 시험 ਅਤੇ ਪਰਖੇ ਅਤੇ ਜਾਣੇ ਪਈ ਤੁਹਾਡੇ ਮਨ ਵਿੱਚ ਕੀ ਹੈ। 이걸 하나님께서 ਪਰਮੇਸ਼ਰ ਇਹ ਜਾਣਨਾ ਚਾਹੁੰਦੇ ਸੀ 그 ਅਰਥਾਤ ਕੀ ਤੁਸੀਂ ਉਹਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ। ਪਰਮੇਸ਼ਰ ਨੇ ਕਿੰਨੇ ਸਮੇਂ ਤੱਕ ਇਹ ਦੇਖਣ ਲਈ ਉਹਨਾਂ ਉੱਤੇ ਨਜ਼ਰ ਰੱਖੀ ਕਿ ਕੀ ਉਹ ਉਹਨਾਂ ਦੇ ਹੁਕਮਾਂ ਦਾ ਪਾਲਨ ਕਰਦੇ ਹਨ, ਯਾਨੀ ਉਹ ਉਹਨਾਂ ਦੀ ਆਗਿਆ ਮੰਨਣਗੇ ਜਾਂ ਉਹਨਾਂ ਦੀ ਅਣਆਗਿਆਕਾਰੀ ਕਰਨਗੇ। ਇਹ ਕਿਹਾ ਗਿਆ ਹੈ ਕਿ ਜਦੋਂ ਤੱਕ ਉਹਨਾਂ ਨੇ ਕਨਾਨ ਵਿੱਚ ਪ੍ਰਵੇਸ਼ ਨਹੀਂ ਕੀਤਾ ਉਦੋਂ ਤੱਕ ਪਰਮੇਸ਼ਰ ਨੇ ਲਗਾਤਾਰ ਪ੍ਰੀਖਿਆ ਕੀਤੀ ਅਤੇ ਉਹਨਾਂ ਉੱਤੇ ਨਜ਼ਰ ਰੱਖੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜੰਗਲ ਵਿੱਚ 40 ਸਾਲਾਂ ਦੀ ਪੂਰੀ ਯਾਤਰਾ ਵੀ ਇੱਕ ਅਜਿਹਾ ਸਮਾਂ ਸੀ ਜਦੋਂ ਪਰਮੇਸ਼ਰ ਉਹਨਾਂ ਦੀ ਆਗਿਆਕਾਰੀ ਅਤੇ ਅਣਆਗਿਆਕਾਰੀ ਦੀ ਮਾਤਰਾ ਦੀ ਜਾਂਚ ਕਰ ਰਹੇ ਸੀ। 시간이었다고 볼 수 있겠습니다. ਅੱਜ ਅਸੀਂ ਵਿਸ਼ਵਾਸ ਦੇ ਜੰਗਲ ਵਿੱਚ ਚੱਲ ਰਹੇ ਹਾਂ। 걷고 있는데요. ਇਸ ਲਈ ਵਿਸ਼ਵਾਸ ਦਾ ਜੀਵਨ ਜਿਉਣ ਦੀ ਪ੍ਰਕਿਰਿਆ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਤੱਕ ਅਸੀਂ ਸਵਰਗ ਵਿੱਚ ਪ੍ਰਵੇਸ਼ ਨਹੀਂ ਕਰਦੇ ਉਦੋਂ ਤੱਕ ਪਰਮੇਸ਼ਰ ਉਹਨਾਂ ਲੋਕਾਂ ਵਿਚਕਾਰ ਨਿਆਂ ਕਰਨਗੇ ਜੋ ਪਰਮੇਸ਼ਰ ਦੇ ਵਚਨ ਮੰਨਦੇ ਹਨ ਅਤੇ ਜੋ ਨਹੀਂ ਮੰਨਦੇ ਹਨ, ਅਤੇ ਜੋ ਉਹਨਾਂ ਦਾ ਪਾਲਨ ਕਰਦੇ ਹਨ ਅਤੇ ਜੋ ਉਹਨਾਂ ਦਾ ਪਾਲਨ ਨਹੀਂ ਕਰਦੇ। ਆਓ ਹਰੇਕ ਮਾਮਲੇ ਉੱਤੇ ਇੱਕ ਇੱਕ ਕਰਕੇ ਨਜ਼ਰ ਪਾਈਏ। 보도록 하겠습니다. ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 14 ਉੱਤੇ ਜਾਈਏ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 14 ਵਚਨ 1 ਵਿੱਚ 1절에 ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹੀਏ। ਮੈਂ ਨਿਗਾਹ ਕੀਤੀ ਤਾਂ ਕਿ ਵੇਖਦਾ ਹਾਂ ਭਾਈ ਲੇਲਾ ਸਿਯੋਨ ਦੇ ਪਹਾੜ ਉੱਤੇ ਖਲੋਤਾ ਹੈ ਅਤੇ ਉਹਦੇ ਨਾਲ 1,44,000 ਹਨ ਜਿਨ੍ਹਾਂ ਦੇ ਮੱਥੇ ਉੱਤੇ ਉਹਦਾ ਨਾਮ ਅਤੇ ਉਹਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ। ਅਤੇ ਮੈਂ ਬਾਲੇ ਪਾਣੀ ਦੀ ਘੁੱਕ ਜਹੀ ਅਤੇ ਬੱਦਲ ਦੀ ਵੱਡੀ ਗਰਜ ਦੇ ਖੜਾਕ ਜਹੀ ਆਕਾਸ਼ੋਂ ਇੱਕ ਆਵਾਜ਼ ਸੁਣੀ
ਅਤੇ ਜਿਹੜੀ ਆਵਾਜ਼ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਦੀ ਆਵਾਜ਼ ਜਿਹੀ ਸੀ ਜਿਹੜੇ ਆਪਣੇ ਰਬਾਬ ਵਜਾਉਂਦੇ ਹਨ ਅਤੇ ਉਹ ਸਿੰਘਾਸਨ ਦੇ ਅੱਗੇ ਅਤੇ ਚੂਹਾ ਜੰਤੂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ ਇੱਕ ਨਵਾਂ ਗੀਤ ਗਾਉਂਦੇ ਹਨ ਅਤੇ ਉਹਨਾਂ 1,44,000 ਤੋਂ ਬਿਨਾਂ ਜਿਹੜੇ ਧਰਤੀ ਮੁੱਲ ਲਏ ਹੋਏ ਸਨ ਕੋਈ ਹੋਰ ਉਸ ਗੀਤ ਨੂੰ ਨਾ ਸਿੱਖ ਸਕਿਆ। ਇਹ ਉਹ ਹਨ ਜਿਹੜੇ ਤੀਵੀਆਂ ਦੇ ਨਾਲ ਭ੍ਰਿਸ਼ਟ ਨਹੀਂ ਹੋਏ ਕਿਉਂ ਜੋ ਇਹ ਕੁਆਰੇ ਹਨ। ਇਹ ਉਹ ਹਨ ਭਾਈ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਹਦੇ ਮਗਰ ਮਗਰ ਤੁਰਦੇ ਹਨ। ਇੱਥੇ ਇਹਨਾਂ ਵਿਅਕਤੀਆਂ ਵਿੱਚੋਂ ਕਿਸੇ ਦੀ ਵੀ ਕੋਈ ਵਿਅਕਤੀਗਤ ਤਰਜੀਹ ਨਹੀਂ ਹੈ। ਉਹਨਾਂ ਕੋਲ ਸਿਰਫ ਲੇਲੇ ਉੱਤੇ ਇਸ ਤਰ੍ਹਾਂ ਦਾ ਪੂਰਨ ਅਤੇ ਪੱਕਾ ਵਿਸ਼ਵਾਸ ਹੈ। 확신이 있었죠. ਕਿਹਾ ਜਾਂਦਾ ਹੈ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਹਦੇ ਮਗਰ ਮਗਰ ਤੁਰਦੇ ਹਨ। ਇਸ ਦਾ ਮਤਲਬ ਹੈ ਕਿ ਉਹਨਾਂ ਨੇ 100% ਵਿਸ਼ਵਾਸ ਨਾਲ ਪਰਮੇਸ਼ਰ ਦੇ ਬਚਨ ਅਤੇ ਸਿੱਖਿਆਵਾਂ ਦੀ ਪਾਲਣਾ ਕੀਤੀ ਹੈ। ਰਸੂਲ ਯੂਹੰਨਾ ਨੇ ਇੱਕ ਦਰਸ਼ਨ ਵਿੱਚ ਇਸ ਦ੍ਰਿਸ਼ ਨੂੰ ਦੇਖਿਆ ਅਤੇ ਇਹ ਕਹਿੰਦੇ ਹੋਏ ਬਾਈਬਲ ਵਿੱਚ ਇਹਨਾਂ ਲੋਕਾਂ ਬਾਰੇ ਲਿਖਿਆ ਜਿਹੜੇ ਧਰਤੀਆਂ ਮੁੱਲ ਲਏ ਹੋਏ ਹਨ। 계시 가운데서 ਇਸ ਦਾ ਮਤਲਬ ਹੈ ਕਿ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਹਨਾਂ ਦੇ ਮਗਰ ਮਗਰ ਤੁਰਦੇ ਹਨ, ਜਿਸ ਦਾ ਮਤਲਬ ਹੈ ਕਿ ਉਹਨਾਂ ਕੋਲ ਸੰਪੂਰਨ ਆਗਿਆਕਾਰਤਾ ਹੈ। 밤이 됐든 ਇਸ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਦਿਨ ਹੈ ਜਾਂ ਰਾਤ, ਉਹ ਰੇਗਿਸਤਾਨ ਵਿੱਚ ਹਨ ਜਾਂ ਓਏਸਿਸ ਵਿੱਚ। ਉਹ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਜਾਂ ਹਾਲਾਤਾਂ ਦੀ ਪਰਵਾਹ ਨਹੀਂ ਕਰਦੇ। ਇੱਥੇ ਜੋ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ ਉਹ ਲੇਲੇ ਅਤੇ ਸੰਤਾਂ ਵਿਚਕਾਰਲਾ ਸੰਬੰਧ ਹੈ। 언급되어 있습니다. ਇਸ ਲਈ ਜਿਵੇਂ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 14 ਦੁਆਰਾ ਸਵਰਗੀ ਨਾਗਰਿਕਾਂ ਦੀਆਂ ਯੋਗਤਾਵਾਂ ਨੂੰ ਦੇਖਦੇ ਹਾਂ ਜੋ ਮੁਕਤੀ ਪ੍ਰਾਪਤ ਕਰਦੇ ਹਨ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਦੇ ਹਨ, 보게 된다면 ਤਦ ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਨੇ ਕਿੰਨੇ ਸੰਪੂਰਨ ਰੂਪ ਨਾਲ ਪਰਮੇਸ਼ਵਰ ਦੀਆਂ ਸਿੱਖਿਆਵਾਂ ਨੂੰ ਮੰਨਿਆ ਅਤੇ ਕਿਵੇਂ ਉਹਨਾਂ ਦੇ ਵਿਸ਼ਵਾਸ ਨੇ ਉਹਨਾਂ ਨੂੰ ਕਿਰਪਾਪੂਰਨ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਨ ਦਿੱਤਾ। 바라볼 수가 있습니다. ਆਓ ਇੱਕ ਹੋਰ ਮਾਮਲੇ ਉੱਤੇ ਨਜ਼ਰ ਪਾਈਏ। 보겠습니다. ਯਿਰਮੀਆ ਅਧਿਆਇ 34 ਦੁਆਰਾ 했는데 ਅਸੀਂ ਇੱਕ ਅਜਿਹੇ ਵਿਅਕਤੀ ਦੇ ਮਾਮਲੇ ਨੂੰ ਦੇਖ ਸਕਦੇ ਹਾਂ ਜਿਸ ਨੇ ਪਹਿਲਾਂ ਤਾਂ ਆਗਿਆ ਮੰਨੀ ਪਰ ਕੁਝ ਸਮੇਂ ਬਾਅਦ ਉਸਨੇ ਅਨਾਗਿਆਕਾਰੀ ਕੀਤੀ ਕਿਉਂਕਿ ਉਸਨੇ ਆਪਣਾ ਮਨ ਬਦਲ ਲਿਆ। 한번 알아보도록 하겠습니다. ਆਓ ਅਸੀਂ ਯਿਰਮੀਆ ਅਧਿਆਇ 34 ਵਚਨ 8 ਦੇਖੀਏ। 말씀 보겠습니다. ਅਧਿਆਇ 34 ਵਚਨ 8। ਉਹ ਵਚਨ ਜਿਹੜਾ ਯਹੋਵਾ ਵੱਲੋਂ ਯਿਰਮੀਆ ਨੂੰ ਆਇਆ ਉਸ ਦੇ ਪਿੱਛੋਂ ਕਿਸੇ ਸਿਦਕਿਆ ਪਾਤਸ਼ਾਹ ਨੇ 언약하고 ਯਰੂਸ਼ਲਮ ਦੇ ਸਾਰੇ ਲੋਕਾਂ ਨਾਲ ਨੇਮ ਬੰਨ੍ਹ ਕੇ 여호와께로서 ਉਹਨਾਂ ਦੀ ਆਜ਼ਾਦੀ ਦੀ ਡੋਂਡੀ ਪਟਵਾਈ। 예레미야에게 임하니라. ਭਾਈ ਹਰੇਕ ਮਨੁੱਖ ਆਪਣੇ ਗੋਲੇ ਨੂੰ ਅਤੇ ਹਰੇਕ ਆਪਣੀ ਗੋਲੀ ਨੂੰ ਜੋ ਇਬਰਾਨੀ ਜਾਂ ਇਬਰਾਨਨ ਹੋਵੇ ਆਜ਼ਾਦ ਕਰਕੇ ਛੱਡ ਦੇਵੇ ਅਤੇ ਕੋਈ ਮਨੁੱਖ ਆਪਣੇ ਯਹੂਦੀ ਭਰਾ ਨੂੰ ਗੁਲਾਮ ਨਾ ਰੱਖੇ। ਤਾਂ ਸਾਰੇ ਸਰਦਾਰਾਂ ਅਤੇ ਸਾਰੇ ਲੋਕਾਂ ਨੇ ਜਿਹੜੇ ਇਸ ਨੇ ਵਿੱਚ ਆਏ ਹੋਏ ਸਨ ਮੰਨ ਲਿਆ ਭਾਈ ਹਰੇਕ ਆਪਣੇ ਗੋਲੇ ਨੂੰ ਅਤੇ ਹਰੇਕ ਆਪਣੀ ਗੋਲੀ ਨੂੰ ਆਜ਼ਾਦ ਕਰਕੇ ਛੱਡ ਦੇਵੇ ਅਤੇ ਅੱਗੇ ਨੂੰ ਉਹਨਾਂ ਨੂੰ ਗੁਲਾਮ ਨਾ ਰੱਖੇ। ਸੋ ਉਹਨਾਂ ਨੇ ਇਹ ਮੰਨ ਲਿਆ ਅਤੇ ਉਹਨਾਂ ਨੂੰ ਛੱਡ ਦਿੱਤਾ। 시드기야 왕과 ਰਾਜਾ ਸਿਦਕਿਆ ਅਤੇ ਸਾਰੇ ਇਜ਼ਰਾਈਲੀਆਂ ਨੇ ਪਰਮੇਸ਼ਰ ਦੇ ਨੇਮ ਅਤੇ ਵਿਵਸਥਾ ਅਨੁਸਾਰ ਜਿਉਣ ਦਾ ਫੈਸਲਾ ਕੀਤਾ। 마음을 ਮੂਸਾ ਦੀ ਵਿਵਸਥਾ ਵਿੱਚ ਇਹ ਕਿਹਾ ਗਿਆ ਹੈ 율법 가운데 ਜੇਕਰ ਕੋਈ ਇਬਰਾਨੀ ਭਰਾ ਗੁਲਾਮ ਵਜੋਂ ਸੇਵਾ ਕਰਦਾ ਹੈ 민족인 ਤਦ ਉਸ ਵਿਅਕਤੀ ਨੂੰ 6 ਸਾਲਾਂ ਤੱਕ ਗੁਲਾਮ ਦੇ ਰੂਪ ਵਿੱਚ ਰੱਖਣਾ ਪਰ 7ਵੇਂ ਸਾਲ ਵਿੱਚ ਉਸ ਵਿਅਕਤੀ ਨੂੰ ਆਜ਼ਾਦ ਕਰ ਦੇਣਾ। 해방식에 주라 하신 ਇਹ ਵਿਵਸਥਾਸਾਰ ਦੀ ਪੋਥੀ ਵਿੱਚ ਦਰਜ ਪਰਮੇਸ਼ਰ ਦਾ ਵਿਵਸਥਾ ਹੈ। ਉਸ ਸਮੇਂ ਤੱਕ ਵਿਵਸਥਾ ਦੀ ਪਰਵਾਹ ਕੀਤੇ ਬਿਨਾਂ ਉਹ ਨਾ ਕੇਵਲ 6 ਸਾਲ ਸਗੋਂ 7 ਸਾਲ ਜਾਂ 10 ਸਾਲ ਤੱਕ ਗੁਲਾਮ ਦੇ ਰੂਪ ਵਿੱਚ ਰੱਖਦੇ ਸੀ। ਰਾਜਾ ਸਿਦਕਿਆ ਦੇ ਰਾਜ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਇਹ ਨਬੀ ਦੁਆਰਾ ਘੋਸ਼ਿਤ ਪਰਮੇਸ਼ਰ ਦੀ ਵਿਵਸਥਾ ਦਾ ਹਿੱਸਾ ਹੈ 내용이 ਅਤੇ ਉਸ ਨੇ ਇਸ ਦੀ ਪਾਲਣਾ ਕਰਨ ਲਈ ਪੱਕਾ ਇਰਾਦਾ ਕੀਤਾ। ਅੰਤ ਵਿੱਚ ਉਸ ਨੇ ਅਤੇ ਲੋਕਾਂ ਨੇ ਸਾਰੇ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ 있었습니다. ਪਰ ਉਹਨਾਂ ਨੇ ਸਿਰਫ ਥੋੜੇ ਸਮੇਂ ਲਈ ਹੀ ਉਹਨਾਂ ਨੂੰ ਆਜ਼ਾਦ ਕੀਤਾ ਅਤੇ ਇਸ ਦੇ ਤੁਰੰਤ ਬਾਅਦ ਉਹਨਾਂ ਨੇ ਆਪਣਾ ਮਨ ਬਦਲ ਲਿਆ। ਉਹਨਾਂ ਨੇ ਉਹਨਾਂ ਗੁਲਾਮਾਂ ਨੂੰ ਵਾਪਸ ਲੈ ਲਿਆ ਜਿਨ੍ਹਾਂ ਨੂੰ ਉਹਨਾਂ ਨੇ ਆਜ਼ਾਦ ਕੀਤਾ ਸੀ ਅਤੇ ਉਹਨਾਂ ਨੂੰ ਇੱਕ ਵਾਰ ਫਿਰ ਗੁਲਾਮ ਬਣਾਇਆ। ਇਸ ਕਰਕੇ ਪਰਮੇਸ਼ਰ ਨੇ ਉਹਨਾਂ ਨੂੰ ਸ਼ਰਾਪ ਦਿੱਤਾ ਅਤੇ ਉਹਨਾਂ ਉੱਤੇ ਕਈ ਵਿਪਤਾਵਾਂ ਆਈਆਂ। ਆਓ ਪੜ੍ਹਨਾ ਜਾਰੀ ਰੱਖੀਏ। ਆਓ ਵਚਨ 10 ਉੱਤੇ ਇੱਕ ਨਜ਼ਰ ਪਾਈਏ। ਤਾਂ ਸਾਰੇ ਸਰਦਾਰਾਂ ਅਤੇ ਸਾਰੇ ਲੋਕਾਂ ਨੇ ਜਿਹੜੇ ਇਸ ਨੇ ਵਿੱਚ ਆਏ ਹੋਏ ਸਨ ਮੰਨ ਲਿਆ ਭਾਈ ਹਰੇਕ ਆਪਣੇ ਗੋਲੇ ਅਤੇ ਹਰੇਕ ਆਪਣੀ ਗੋਲੀ ਨੂੰ ਆਜ਼ਾਦ ਕਰਕੇ ਛੱਡ ਦੇਵੇ ਅਤੇ ਅੱਗੇ ਨੂੰ ਉਹਨਾਂ ਨੂੰ ਗੁਲਾਮ ਨਾ ਰੱਖੇ। ਸੋ ਉਹਨਾਂ ਨੇ ਇਹ ਮੰਨ ਲਿਆ ਅਤੇ ਉਹਨਾਂ ਨੂੰ ਛੱਡ ਦਿੱਤਾ। ਪਹਿਲਾਂ ਉਹਨਾਂ ਨੇ ਵਿਵਸਥਾ ਦੇ ਵਚਨਾਂ ਨੂੰ ਮੰਨਿਆ 말씀대로 ਅਤੇ ਦਾਸਾਂ ਨੂੰ ਪਰਮੇਸ਼ਰ ਦੀ ਸਿੱਖਿਆਵਾਂ ਅਨੁਸਾਰ ਆਜ਼ਾਦ ਕੀਤਾ। 풀어주고 놓아주었습니다. ਪਰ ਵਚਨ 11 ਵਿੱਚ ਕੀ ਹੋਇਆ? ਪਰ ਇਸ ਦੇ ਪਿੱਛੋਂ 어떻게 됐다? ਉਹਨਾਂ ਨੇ ਕੀ ਕੀਤਾ? 뜻이 변하여 ਉਹ ਫਿਰ ਗਏ। 변했습니다. ਕੁਝ ਸਮਾਂ ਬੀਤਣ ਤੋਂ ਬਾਅਦ ਉਹਨਾਂ ਨੇ ਸੋਚਿਆ 그때 왜 ਅਸੀਂ ਉਹਨਾਂ ਨੂੰ ਕਿਉਂ ਜਾਣ ਦਿੱਤਾ? 그 종들이 ਇਹ ਦਾਸ ਬਹੁਤ ਕੰਮ ਕਰਦੇ ਸੀ। ਉਹ ਘਰ ਦਾ ਸਾਰਾ ਕੰਮ ਕਰਦੇ ਸੀ ਅਤੇ ਖੇਤ ਵਾਹੁੰਦੇ ਸੀ। ਦਾਸਾਂ ਤੋਂ ਬਿਨਾਂ ਆਪਣੇ ਆਪ ਸਭ ਕੁਝ ਕਰਨਾ ਉਹਨਾਂ ਲਈ ਮੁਸ਼ਕਿਲ ਸੀ। 힘들거든요. ਆਓ ਅਸੀਂ ਫਿਰ ਤੋਂ ਵਚਨ 11 ਦੇਖੀਏ। ਪਰ ਇਸ ਪਿੱਛੋਂ ਉਹ ਫਿਰ ਗਏ ਅਤੇ ਉਹਨਾਂ ਨੇ ਕੀ ਕੀਤਾ?
ਗੋਲਿਆਂ ਅਤੇ ਗੋਲੀਆਂ ਨੂੰ ਫਿਰ ਲੈ ਆਏ ਜਿਨ੍ਹਾਂ ਨੂੰ ਆਜ਼ਾਦ ਕਰਕੇ ਛੱਡਿਆ ਸੀ ਅਤੇ ਉਹਨਾਂ ਨੂੰ ਫਿਰ ਗੋਲਿਆਂ ਅਤੇ ਗੋਲੀਆਂ ਜਬਰਨ ਬਣਾਇਆ। 고비를 삼았더라. ਵਚਨ 12 ਤਾਂ ਯਿਰਮੀਆ ਨੂੰ ਯਹੋਵਾ ਦਾ ਬਚਨ ਯਹੋਵਾ ਵੱਲੋਂ ਆਇਆ ਕਿ ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਇਉਂ ਫਰਮਾਉਂਦਾ ਹੈ, ਭਾਈ ਮੈਂ ਤੁਹਾਡੇ ਪਿਓ ਦਾਦਿਆਂ ਨਾਲ ਉਸ ਦਿਨ ਜਦ ਮੈਂ ਉਹਨਾਂ ਨੂੰ ਮਿਸਰ ਦੇਸ਼ ਤੋਂ ਅਤੇ ਗੁਲਾਮੀ ਦੇ ਘਰ ਤੋਂ ਕੱਢ ਲਿਆਂਦਾ ਇੱਕ ਨੇਮ ਬੰਨਿਆ ਸੀ ਕਿ 이르기를 7 ਵਰ੍ਹਿਆਂ ਦੇ ਅੰਤ ਵਿੱਚ ਤੁਹਾਡੇ ਵਿੱਚੋਂ ਹਰੇਕ ਆਪਣੇ ਇਬਰਾਨੀ ਭਰਾ ਨੂੰ ਜਿਹੜਾ ਉਹਦੇ ਹੱਥ ਵੇਚਿਆ ਗਿਆ ਆਜ਼ਾਦ ਕਰਕੇ ਛੱਡ ਦੇਵੇ। 6년을 ਜਦ ਉਹ 6 ਵਰ੍ਹਿਆਂ ਤੱਕ ਉਹ ਦੀ ਟਹਿਲ ਕੀਤੀ ਹੋਵੇ ਉਹ ਉਸ ਨੂੰ ਆਜ਼ਾਦ ਕਰਕੇ ਛੱਡ ਦੇਵੇ। ਪਰ ਤੁਹਾਡੇ ਪਿਓ ਦਾਦੇ ਨੇ ਮੇਰੀ ਨਾ ਸੁਣੀ। ਦੂਸਰੇ ਸ਼ਬਦਾਂ ਵਿੱਚ ਉਹਨਾਂ ਨੇ ਮੇਰੀ ਅਣਆਗਿਆਕਾਰੀ ਕੀਤੀ, ਨਾ ਆਪਣਾ ਕੰਨ ਲਾਇਆ। 나니라. ਵਚਨ 15 ਹੁਣ ਤੁਸੀਂ ਫਿਰੇ ਸਾਓ ਅਤੇ ਉਹ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ ਕਿ ਹਰੇਕ ਨੇ ਆਪਣੇ ਗੁਆਂਢੀ ਕੋਲ ਆਜ਼ਾਦੀ ਦੀ ਡੋਂਡੀ ਪਿੱਟੀ। ਤੁਸੀਂ ਇਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਖਵਾਉਂਦਾ ਹੈ ਮੇਰੇ ਸਨਮੁਖ ਮੇਰੇ ਨਾਲ ਨੇਮ ਮੰਨਿਆ। ਪਰ ਤੁਸੀਂ ਫਿਰ ਗਏ ਅਤੇ ਮੇਰੇ ਨਾਮ ਨੂੰ ਪਲੀਤ ਕੀਤਾ। ਜਦ ਹਰੇਕ ਨੇ ਆਪਣੇ ਗੋਲੇ ਨੂੰ ਅਤੇ ਹਰੇਕ ਨੇ ਆਪਣੀ ਗੋਲੀ ਨੂੰ ਜਿਨ੍ਹਾਂ ਨੂੰ ਤੁਸੀਂ ਆਜ਼ਾਦ ਕਰਕੇ ਉਹਨਾਂ ਦੀ ਮਰਜ਼ੀ ਅਨੁਸਾਰ ਛੱਡ ਦਿੱਤਾ ਸੀ ਮੋੜ ਲਿਆ ਅਤੇ ਫਿਰ ਆਪਣੇ ਵਸ ਵਿੱਚ ਕਰ ਲਿਆ ਕਿ ਉਹ ਤੁਹਾਡੇ ਗੋਲੇ ਗੋਲੀਆਂ ਰਹਿਣ। ਆਓ ਵਚਨ 17 ਉੱਤੇ ਇੱਕ ਨਜ਼ਰ ਪਾਈਏ। ਇਸ ਲਈ ਯਹੋਵਾ ਇਉਂ ਫਰਮਾਉਂਦਾ ਹੈ 말하노라. ਕਿ ਤੁਸੀਂ ਮੇਰੀ ਨਾ ਸੁਣੀ ਪਾਈ ਹਰੇਕ ਆਪਣੇ ਭਰਾ ਕੋਲ ਅਤੇ ਹਰੇਕ ਆਪਣੇ ਗੁਆਂਢੀ ਕੋਲ ਆਜ਼ਾਦੀ ਦੀ ਡੋਂਡੀ ਪਿੱਟੇ। ਮਤਲਬ ਤੂੰ ਮੇਰੀ ਗੱਲ ਨਹੀਂ ਮੰਨੀ। 자유를 선언한 것을 ਵੇਖੋ ਮੈਂ ਤੁਹਾਡੇ ਲਈ ਤਲਵਾਰ 내가 너희에게 자유를 ਕਾਲ ਅਤੇ ਬਵਾ ਲਈ 칼과 ਆਜ਼ਾਦੀ ਦੀ ਡੋਂਡੀ ਪਿੱਟਦਾ ਹਾਂ। 붙이리니 ਯਹੋਵਾ ਦਾ ਵਾਕ ਹੈ ਅਤੇ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਹੋਲ ਦਾ ਕਾਰਨ ਬਣਾਵਾਂਗਾ। 할 것이다 하였습니다. ਜੇਕਰ ਤੁਸੀਂ ਵਚਨ 22 ਤੱਕ ਪੜ੍ਹਨਾ ਜਾਰੀ ਰੱਖਦੇ ਹੋ ਤਦ ਤੁਸੀਂ ਪਾਓਗੇ ਕਿ ਪਰਮੇਸ਼ਰ ਨੇ ਉਹਨਾਂ ਨੂੰ ਤਬਾਹੀ ਅਤੇ ਦੰਡ ਨਾਲ ਸ਼ਰਾਪ ਦਿੱਤਾ। 말씀이 채워져 있습니다. ਆਓ ਅਸੀਂ ਵਿਵਸਥਾ ਸਾਰ ਅਧਿਆਇ 15 ਵਚਨ 12 ਉੱਤੇ ਇੱਕ ਨਜ਼ਰ ਪਾਈਏ। ਜੇ ਤੁਹਾਡਾ ਇਬਰਾਨੀ ਭਰਾ ਅਥਵਾ ਕੋਈ ਇਬਰਾਨਨ ਤੁਹਾਡੇ ਕੋਲ ਵੇਚੀ ਜਾਵੇ ਅਤੇ ਉਹ ਤੁਹਾਡੀ 6 ਵਰ੍ਹੇ ਸੇਵਾ ਕਰੇ ਤਾਂ 7ਵੇਂ ਵਰ੍ਹੇ ਤੁਸੀਂ ਉਸ ਨੂੰ ਆਪਣੇ ਵੱਲੋਂ ਆਜ਼ਾਦ ਕਰ ਦਿਓ। 할 것이요. ਜਦ ਤੁਸੀਂ ਉਸ ਨੂੰ ਆਪਣੇ ਵੱਲੋਂ ਆਜ਼ਾਦ ਛੱਡ ਦਿਓ 가게 하지 마. ਤਾਂ ਉਸ ਨੂੰ ਸਖਣਾ ਹੀ ਨਾ ਕੱਲੋ। ਆਪਣੇ ਇੱਜੜ ਆਪਣੇ ਖਲਵਾੜੇ ਅਤੇ ਆਪਣੇ ਦਾਖਰਸ ਦੇ ਕੋਲੂ ਵਿੱਚੋਂ ਦਿਲ ਖੋਲ ਕੇ ਉਸ ਨੂੰ ਦਿਓ। ਜਿਵੇਂ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਬਰਕਤ ਦਿੱਤੀ ਹੈ ਤਿਵੇਂ ਤੁਸੀਂ ਉਸ ਨੂੰ ਦਿਓ। ਇਹ ਵਿਵਸਥਾ ਪਰਮੇਸ਼ਰ ਦੇ ਨਿਯਮਾਂ ਵਿੱਚੋਂ ਇੱਕ ਦੇ ਰੂਪ ਵਜੋਂ ਦਰਜ ਕੀਤੀ ਗਈ ਸੀ। ਇਹ ਲਿਖਿਆ ਹੈ ਜਦੋਂ ਕੋਈ ਇਬਰਾਨੀ 6 ਸਾਲਾਂ ਤੋਂ 10 ਬਣੇ ਰਹਿੰਦਾ ਹੈ 하거든. ਤਦ 7ਵੇਂ ਸਾਲ ਤੱਕ ਉਸ ਨੂੰ ਛੱਡ ਦੇਣਾ ਚਾਹੀਦਾ ਹੈ 쓸지라도 7년 ਭਾਵੇਂ ਉਹ 6 ਸਾਲਾਂ ਤੱਕ 10 ਰਿਹਾ ਹੋਵੇ। ਪਹਿਲਾਂ ਰਾਜਾ ਸਿਦਕਿਆ ਅਤੇ ਸਾਰੇ ਲੋਕ ਪਰਮੇਸ਼ਰ ਦੀ ਇੱਛਾ ਦਾ ਪਾਲਨ ਕਰਨ ਲਈ ਸਹਿਮਤ ਹੋਏ। ਜਦੋਂ ਉਹਨਾਂ ਨੇ ਆਪਣੇ ਗੁਲਾਮਾਂ ਨੂੰ ਆਜ਼ਾਦ ਕਰਨ ਦਾ ਫੈਸਲਾ ਕੀਤਾ ਤਦ ਉਹਨਾਂ ਨੂੰ ਉਹਨਾਂ ਦਾਸਾਂ ਨੂੰ ਛੱਡ ਦੇਣਾ ਚਾਹੀਦਾ ਸੀ। ਪਰ ਪਹਿਲਾਂ ਤਾਂ ਉਹਨਾਂ ਨੇ ਉਹਨਾਂ ਨੂੰ ਛੱਡ ਦਿੱਤਾ ਪਰ ਥੋੜੇ ਸਮੇਂ ਬਾਅਦ ਉਹਨਾਂ ਨੇ ਉਹਨਾਂ ਨੂੰ ਇੱਕ ਵਾਰ ਫਿਰ 10 ਬਣਾ ਲਿਆ। ਦੂਸਰੇ ਸ਼ਬਦਾਂ ਵਿੱਚ ਉਹਨਾਂ ਨੇ ਪਹਿਲਾਂ ਤਾਂ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕੀਤੀ ਪਰ ਬਾਅਦ ਵਿੱਚ ਉਹਨਾਂ ਦੀ ਅਣਆਗਿਆਕਾਰੀ ਕੀਤੀ। ਇਸ ਲਈ ਪਰਮੇਸ਼ਰ ਨੇ ਕਿਹਾ ਕਿਉਂਕਿ ਤੁਸੀਂ ਮੇਰੇ ਸ਼ਬਦਾਂ ਤੇ ਅਮਲ ਨਹੀਂ ਕਰਦੇ ਤਦ ਨਤੀਜਾ ਇਹ ਹੋਵੇਗਾ ਵਿਪਤਾਵਾਂ ਨਾਸ਼ ਅਤੇ ਮਹਾਮਾਰੀ ਤੁਹਾਡੇ ਉੱਤੇ ਆਉਣਗੀਆਂ ਅਤੇ ਤੁਸੀਂ ਆਪਣੇ ਦੁਸ਼ਮਣਾਂ ਦੀ ਤਲਵਾਰ ਨਾਲ ਨਾਸ਼ ਹੋ ਜਾਵੋਗੇ। ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੀ ਅਣਆਗਿਆਕਾਰੀ ਦੇ ਨਤੀਜਿਆਂ ਪ੍ਰਤੀ ਜਾਗਰੂਕ ਕੀਤਾ। ਪ੍ਰਕਾਸ਼ ਦੀ ਪੋਥੀ 14 ਅਧਿਆਇ ਵਿੱਚ ਇਹ ਕਿਹਾ ਗਿਆ ਹੈ ਜਿੱਥੇ ਵੀ ਲੇਲਾ ਜਾਂਦਾ ਹੈ ਉਹ ਉਸ ਦੇ ਮਗਰ ਮਗਰ ਤੁਰਦੇ ਹਨ। ਇਹ ਸੰਪੂਰਨ ਆਗਿਆਕਾਰੀ ਹੈ। ਯਰਮੀਆ ਅਧਿਆਇ 34 ਵਿੱਚ ਲੋਕਾਂ ਨੇ ਇੱਕ ਪਲ ਲਈ ਆਗਿਆ ਮੰਨੀ ਅਤੇ ਫਿਰ ਬਾਅਦ ਵਿੱਚ ਅਣਆਗਿਆਕਾਰੀ ਕੀਤੀ। ਪਰਮੇਸ਼ਰ ਨੇ ਇਹ ਨਹੀਂ ਕਿਹਾ ਕਿ ਉਹ ਅਜਿਹੇ ਲੋਕਾਂ ਨੂੰ ਆਸ਼ੀਸ਼ ਦੇਣਗੇ। ਕਿਹਾ ਗਿਆ ਹੈ ਕਿ ਉਹ ਉਹਨਾਂ ਸਾਰਿਆਂ ਨੂੰ ਨਸ਼ਟ ਕਰ ਦੇਣਗੇ। ਅਸੀਂ ਇਸ ਦੀ ਪੁਸ਼ਟੀ ਕਰ ਸਕਦੇ ਹਾਂ ਜਦੋਂ ਅਸੀਂ ਵਚਨ 22 ਤੱਕ ਪੜ੍ਹੀਏ। ਅਗਲਾ ਆਓ ਪਹਿਲਾ ਸ਼ਮੂਏਲ ਅਧਿਆਇ 15 ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਆਗਿਆਕਾਰੀਤਾ ਨਾਲ ਇੱਕ ਹੋਰ ਮਾਮਲੇ ਨੂੰ ਦੇਖੀਏ ਜੋ ਕਿ ਰਾਜਾ ਸ਼ਾਉਲ ਦਾ ਮਾਮਲਾ ਹੈ ਜੋ ਅੱਧਾ ਆਗਿਆਕਾਰੀ ਅਤੇ ਅੱਧਾ ਅਣਆਗਿਆਕਾਰੀ ਸੀ। ਆਓ ਪਹਿਲਾ ਸ਼ਮੂਏਲ ਅਧਿਆਇ 15 ਵਿੱਚ ਦੇਖੀਏ ਕਿ ਪਰਮੇਸ਼ਰ ਨੇ ਰਾਜਾ ਸ਼ਾਉਲ ਦੇ ਮਾਮਲੇ ਵਿੱਚ ਕਿਸ ਪ੍ਰਕਾਰ ਦਾ ਸਿੱਟਾ ਦਿੱਤਾ। ਆਓ ਅਸੀਂ ਪਹਿਲਾ ਸ਼ਮੂਏਲ ਅਧਿਆਇ 15 ਵਚਨ 1 ਦੇਖੀਏ। ਸ਼ਮੂਏਲ ਨੇ ਸ਼ਾਉਲ ਨੂੰ ਆਖਿਆ ਮੈਨੂੰ ਯਹੋਵਾ ਨੇ ਕੱਲਿਆ ਹੈ ਭਾਈ ਮੈਂ ਤੁਹਾਨੂੰ ਮਸਾ ਕਰ ਇਸ ਕਰਕੇ ਜੋ ਤੂੰ ਉਹਦੀ ਪ੍ਰਜਾ ਇਜ਼ਰਾਈਲ ਦਾ ਪਾਸ਼ਾ ਬਣੇ। ਸੋ ਹੁਣ ਯਹੋਵਾ ਦਾ ਬਚਨ ਸੁਣ। ਸੈਨਾ ਦਾ ਯਹੋਵਾ ਇਉਂ ਆਖਦਾ ਹੈ ਮੈਨੂੰ ਚੇਤਾ ਹੈ ਜੋ ਕੁਝ ਅਮਾਲੇਕ ਨੇ ਇਜ਼ਰਾਈਲ ਨਾਲ ਕੀਤਾ
ਜਿਸ ਵੇਲੇ ਉਹ ਮਿਸਰੋਂ ਨਿਕਲ ਆਏ ਤਾਂ ਉਹ ਕਿੱਕਰ ਉਹਨਾਂ ਦੇ ਰਾਹ ਵਿੱਚ ਵਿਰੋਧੀ ਬਣ ਕੇ ਆਇਆ। ਸੋ ਹੁਣ ਤੂੰ ਜਾ ਅਤੇ ਅਮਾਲੇਕ ਨੂੰ ਮਾਰ ਅਤੇ ਸਭ ਕੁਝ ਜੋ ਉਹਨਾਂ ਦਾ ਹੈ ਮੁੱਲੋਂ ਨਾਸ ਕਰ, ਔਰ ਉਹਨਾਂ ਉੱਤੇ ਤਰਸ ਨਾ ਖਾ, ਸਗੋਂ ਪੁਰਸ਼ ਅਤੇ ਇਸਤਰੀ, ਕੁੱਛੜਲੇ ਬਾਲ ਅਤੇ ਦੁੱਧ ਚੁੰਗਦੇ ਵੀ ਅਤੇ ਬਲਦ, ਭੇਡ ਅਤੇ ਊਂਠ, ਖੋਤੇ, ਧੋੜੀ ਸਭਨਾਂ ਨੂੰ ਵੱਢ ਸੁੱਟ। ਪਰਮੇਸ਼ਰ ਨੇ ਸ਼ਾਉਲ ਨੂੰ ਕੁਝ ਵੀ ਨਾ ਛੱਡਦੇ ਹੋਏ ਸਭ ਕੁਝ ਨਸ਼ਟ ਕਰਨ ਦਾ ਹੁਕਮ ਦਿੱਤਾ। 이와 같은 분부가 내렸습니다. ਵਚਨ 4। ਸੋ ਸ਼ਾਉਲ ਨੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਤਲਾਈ ਵਿੱਚ ਉਹਨਾਂ ਨੂੰ ਗਿਣ ਲਿਆ। ਉਹ 2 ਲੱਖ ਪਿਆਦੇ ਅਤੇ ਯਹੂਦਾ ਦੇ 10,000 ਸਨ। 사람이 1만이라. ਅਤੇ ਸ਼ਾਉਲ ਅਮਲੇਕ ਦੇ ਇੱਕ ਨਗਰ ਕੋਲ ਆਇਆ ਅਤੇ ਦੂਣ ਦੇ ਵਿੱਚ ਸ਼ਹਿ ਲਾ ਕੇ ਬੈਠਾ। ਸ਼ਾਉਲ ਨੇ ਕੇਨਿਆਂ ਨੂੰ ਆਖਿਆ, ਤੁਸੀਂ ਜਾਓ, ਤੁਰੋ, ਅਮਲੇਕੀਆਂ ਦੇ ਵਿਚਕਾਰੋਂ ਨਿਕਲ ਜਾਓ। ਅਜਿਹਾ ਨਾ ਹੋਵੇ ਜੋ ਮੈਂ ਉਹਨਾਂ ਸਣੇ ਤੁਹਾਡਾ ਵੀ ਨਾਸ਼ ਕਰ ਦੇਵਾਂ। ਇਸ ਲਈ ਜੋ ਤੁਸਾਂ ਸਾਰੇ ਇਜ਼ਰਾਈਲੀਆਂ ਉੱਤੇ ਕਿਰਪਾ ਕੀਤੀ ਸੀ ਜਿਸ ਵੇਲੇ ਉਹ ਮਿਸਰੋਂ ਨਿਕਲ ਆਏ ਸਨ, ਸੋ ਕੇਨੀ ਅਮਲੇਕੀਆਂ ਵਿੱਚੋਂ ਨਿਕਲ ਗਏ। ਅਤੇ ਸ਼ਾਉਲ ਨੇ ਅਮਲੇਕੀਆਂ ਨੂੰ ਹਵੀਲਾ ਤੋਂ ਲੈ ਕੇ ਸੂਰ ਦੇ ਲਾਂਘੇ ਤੋੜੀ ਜੋ ਮਿਸਰ ਦੇ ਅੱਗੇ ਹੈ ਮਾਰਿਆ। 사람을 치고 ਅਤੇ ਅਮਲੇਕੀਆਂ ਦੇ ਰਾਜਾ ਅਗਾਗ ਨੂੰ ਜਿਉਂਦਾ ਫੜ ਲਿਆ ਅਤੇ ਸਭਨਾਂ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਨਾਸ਼ ਕਰ ਦਿੱਤਾ। ਪਰ ਸ਼ਾਉਲ ਅਤੇ ਲੋਕਾਂ ਨੇ ਅਗਾਗ ਨੂੰ ਅਤੇ ਚੰਗੀਆਂ ਭੇਡਾਂ ਅਤੇ ਬਲਦਾਂ ਅਤੇ ਮੋਟੇ-ਮੋਟੇ ਵੱਛਿਆਂ ਅਤੇ ਮੇਢਿਆਂ ਦੀਆਂ ਬੱਚੀਆਂ ਨੂੰ ਅਤੇ ਸਭ ਕੁਝ ਜੋ ਚੰਗਾ ਸੀ ਬਚਾ ਰੱਖਿਆ ਅਤੇ ਉਹਨਾਂ ਦਾ ਨਾਸ਼ ਕਰਨ ਵਿੱਚ ਰਾਜੀ ਨਾ ਹੋਇਆ। ਪਰ ਸਾਰੀਆਂ ਵਸਤਾਂ ਜੋ ਮਾੜੀਆਂ ਤੇ ਨਿਕੰਮੀਆਂ ਸਨ ਉਹਨਾਂ ਦਾ ਸਤਿਆਨਾਸ਼ ਕਰ ਦਿੱਤਾ। 진멸하니라 하고 있습니다. ਆਗਿਆਕਾਰੀਤਾ ਦੇ ਮਾਮਲੇ ਵਿੱਚ ਪ੍ਰਕਾਸ਼ ਦੀ ਪੋਥੀ ਅਧਿਆਇ 14 ਵਿੱਚ ਦਿਖਾਏ ਗਏ ਪਰਮੇਸ਼ਰ ਦੇ ਸੰਤਾਂ ਨੇ 성도들은 ਲੇਲੇ ਦਾ ਪਾਲਨ ਕਰਦੇ ਹੋਏ ਸੰਪੂਰਨ ਆਗਿਆਕਾਰੀਤਾ ਦਿਖਾਈ। 모습을 보였습니다. 그들은 ਬਾਈਬਲ ਅਨੁਸਾਰ 성경에서 증거받기를 ਇਸੇ ਕਾਰਨ ਉਹਨਾਂ ਨੇ ਧਰਤੀ ਉੱਤੋਂ ਮੁੱਲ ਲਿਆ ਜਾਣ ਯੋਗ ਮੰਨਿਆ ਗਿਆ। 여김을 입은 자들이었습니다. ਯਰਮੀਆ ਅਧਿਆਇ 34 ਵਿੱਚ ਅਸੀਂ ਦੇਖ ਸਕਦੇ ਹਾਂ ਕਿ ਰਾਜਾ ਸਿਦਕਿਆ ਅਤੇ ਯਹੂਦਾ ਦੇ ਲੋਕਾਂ ਨੇ ਸ਼ੁਰੂ ਵਿੱਚ 100% ਆਗਿਆ ਮੰਨੀ। 순종했습니다. 근데 ਹਾਲਾਂਕਿ ਕੁਝ ਸਮਾਂ ਬੀਤਣ ਤੋਂ ਬਾਅਦ ਉਹਨਾਂ ਦਾ ਦਿਲ 100% ਅਨਆਗਿਆਕਾਰੀ ਵਿੱਚ ਬਦਲ ਗਿਆ। ਇਹ ਉਹਨਾਂ ਦੀ ਸਥਿਤੀ ਸੀ। 근데 ਪਰ 사무엘상 ਪਹਿਲੇ ਸ਼ਮੂਏਲ ਅਧਿਆਇ 15 ਅਨੁਸਾਰ ਰਾਜਾ ਸ਼ਾਉਲ ਅੱਧਾ ਆਗਿਆਕਾਰੀ ਅਤੇ ਅੱਧਾ ਅਨਆਗਿਆਕਾਰੀ ਸੀ। ਜਿੰਨੇ ਮਾਮੂਲੀ ਅਤੇ ਕਮਜ਼ੋਰ ਪਸ਼ੂ ਸੀ ਉਹਨਾਂ ਸਾਰਿਆਂ ਨੂੰ ਉਸਨੇ ਮਾਰ ਦਿੱਤਾ। ਪਰ ਸਾਰੇ ਮੋٹے-ਮੋٹے ਪਸ਼ੂਆਂ ਨੂੰ ਕੀਮਤੀ ਸਮਝ ਕੇ 싶은 것은 ਉਸਨੇ ਉਹਨਾਂ ਨੂੰ ਛੱਡ ਦਿੱਤਾ। ਅੱਜ ਜਦੋਂ ਅਸੀਂ ਸਵਰਗ ਦੇ ਰਸਤੇ ਉੱਤੇ ਚੱਲਦੇ ਹਾਂ, ਪਰਮੇਸ਼ਰ ਸਾਨੂੰ ਅਤੀਤ ਵਿੱਚ ਹੋਏ ਸਭ ਪ੍ਰਕਾਰ ਦੇ ਅਨਾਗਿਆਕਾਰੀ ਕੰਮਾਂ ਨੂੰ ਦਿਖਾਉਂਦੇ ਹੋਏ 그 모습 ਪਰਮੇਸ਼ਰ ਦੀ ਇੱਛਾ ਪ੍ਰਤੀ ਸਾਡੀ ਆਗਿਆਕਾਰਤਾ ਉੱਤੇ ਵਿਚਾਰ ਕਰਨ ਲਈ ਕਹਿੰਦੇ ਹਨ। 100% ਕੁਝ ਲੋਕ ਅੰਤ ਤੱਕ ਪਰਮੇਸ਼ਰ ਦੀ ਮਰਜ਼ੀ ਦਾ 100% ਪਾਲਨ ਕਰਦੇ ਹਨ। ਕੁਝ ਲੋਕ ਥੋੜੇ ਸਮੇਂ ਲਈ 100% ਆਗਿਆ ਮੰਨਦੇ ਹਨ, ਪਰ ਫਿਰ ਕੁਝ ਸਮੇਂ ਬਾਅਦ ਅਨਾਗਿਆਕਾਰੀ ਵੀ ਕਰਦੇ ਹਨ। ਕੁਝ ਲੋਕ ਰਾਜਾ ਸ਼ਾਉਲ ਅਤੇ ਇਜ਼ਰਾਈਲੀ ਸੈਨਾ ਵਾਂਗ ਹਨ ਜੋ ਅੱਧੇ ਆਗਿਆਕਾਰੀ ਅਤੇ ਅੱਧੇ ਅਨਾਗਿਆਕਾਰੀ ਸੀ। ਕੁਝ ਲੋਕ ਸ਼ੁਰੂ ਤੋਂ ਹੀ ਅਨਾਗਿਆਕਾਰੀ ਕਰਦੇ ਹਨ। 순종하는 사람 ਪਰਮੇਸ਼ਰ ਸਾਨੂੰ ਸਾਰਿਆਂ ਨੂੰ ਅਨਾਗਿਆਕਾਰੀ ਅਤੇ ਵੱਖ-ਵੱਖ ਪ੍ਰਕਾਰ ਦੇ ਕੰਮ ਦਿਖਾਉਂਦੇ ਹਨ। 보여주시면서 ਪਹਿਲੇ ਸ਼ਮੂਏਲ ਵਿੱਚ ਅਸੀਂ ਆਖਰ ਵਿੱਚ ਦੇਖ ਸਕਦੇ ਹਾਂ ਕਿ ਜਦੋਂ ਪਰਮੇਸ਼ਰ ਦਾ ਆਤਮਾ ਸ਼ਾਉਲ ਉੱਤੋਂ ਚਲਾ ਗਿਆ ਤਦ ਇੱਕ ਦੁਸ਼ਟ ਆਤਮਾ ਉਸ ਉੱਤੇ ਆ ਗਿਆ ਅਤੇ ਉਸ ਨੂੰ ਸਤਾਇਆ। ਕਿਉਂਕਿ ਸ਼ਮੂਏਲ ਰਾਜਾ ਸ਼ਾਉਲ ਨੂੰ ਬਹੁਤ ਪਿਆਰ ਕਰਦਾ ਸੀ। 아꼈는데 ਇਸ ਲਈ ਜਦੋਂ ਅਸੀਂ ਇਸ ਅਧਿਆਇ ਨੂੰ ਪੜ੍ਹਨਾ ਜਾਰੀ ਰੱਖਦੇ ਹਾਂ ਤਦ ਅਸੀਂ ਦੇਖ ਸਕਦੇ ਹਾਂ ਕਿ ਉਸਨੇ ਰਾਜਾ ਸ਼ਾਉਲ ਲਈ ਇਹ ਕਹਿੰਦੇ ਹੋਏ ਖੇਦ ਮਹਿਸੂਸ ਕੀਤਾ ਕਿ ਤੂੰ ਅਜਿਹਾ ਕਿਉਂ ਕੀਤਾ। 그렇다면 ਫਿਰ ਪਰਮੇਸ਼ਵਰ ਆਗਿਆਕਾਰੀ ਅਤੇ ਅਨਾਗਿਆਕਾਰੀ ਨੂੰ ਇੰਨਾ ਮਹੱਤਵਪੂਰਨ ਕਿਉਂ ਮੰਨਦੇ ਹਨ। 중요하게 ਜਿਸ ਤਰ੍ਹਾਂ ਆਗਿਆ ਨਾ ਮੰਨਣ ਵਾਲੇ ਕਨਾਨ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਸੀ, ਉਸੇ ਤਰ੍ਹਾਂ ਜੇਕਰ ਅਸੀਂ ਅਨਾਗਿਆਕਾਰੀ ਹਾਂ ਤਦ ਅਸੀਂ ਸਵਰਗ ਦੇ ਰਾਜ ਵਿੱਚ ਨਹੀਂ ਜਾ ਸਕਦੇ। 때문에 ਇਸ ਲਈ ਪਰਮੇਸ਼ਵਰ ਨੇ ਇਹਨਾਂ ਸਾਰੀਆਂ ਇਤਿਹਾਸਕ ਘਟਨਾਵਾਂ ਨੂੰ ਪੁਰਾਣੇ ਨੇਮ ਵਿੱਚ ਦਿਖਾਇਆ ਜੋ ਇੱਕ ਪਰਛਾਵੇਂ ਦੇ ਰੂਪ ਵਿੱਚ ਕੰਮ ਕਰਦੀਆਂ ਹਨ। ਆਓ ਅਸੀਂ ਇਬਰਾਨੀ ਅਧਿਆਇ 3 ਵਿੱਚ ਪਰਮੇਸ਼ਵਰ ਦੇ ਵਚਨ ਉੱਤੇ ਜਾਈਏ। ਆਓ ਅਸੀਂ ਇਬਰਾਨੀ ਦੀ ਕਿਤਾਬ ਅਧਿਆਇ 3 ਵਚਨ 14 ਪੜ੍ਹੀਏ। ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੀ ਹੋਏ ਹਾਂ, ਪਰ ਤਦ ਜੇ ਆਪਣੇ ਪਹਿਲੇ ਭਰੋਸੇ ਨੂੰ ਅੰਤ ਤੱਕ ਤੋੜੀ ਤਕੜਾਈ ਨਾਲ ਫੜੀ ਰੱਖੇ ਜਿਵੇਂ ਕਿ ਆਖਿਆ ਜਾਂਦਾ ਹੈ, ਉਹ ਕਿਸ ਦੇ ਭਾਗੀਦਾਰ ਹੋਣਗੇ। ਬਾਈਬਲ ਕਹਿੰਦੀ ਹੈ ਕਿ ਅਸੀਂ ਸਵਰਗ ਦੀ ਮਹਿਮਾ ਵਿੱਚ ਹਿੱਸਾ ਲਵਾਂਗੇ। ਆਓ ਅਸੀਂ ਵਚਨ 18 ਉੱਤੇ ਜਾਈਏ। ਅਤੇ ਕਿੰਨਾਂ ਨੂੰ ਉਸਨੇ ਸੌ ਖਾ ਕੇ ਆਖਿਆ, ਭਾਈ ਉਹ ਮੇਰੇ ਆਰਾਮ ਵਿੱਚ ਨਾ ਵੜਨਗੇ, ਪਰ ਉਹਨਾਂ ਨੂੰ 어떤 자가 ਕੌਣ ਉਸ ਵਿੱਚ ਕਦੇ ਪ੍ਰਵੇਸ਼ ਨਹੀਂ ਕਰ ਪਾਉਣਗੇ ਜਿਹੜੇ ਅਨਆਗਿਆਕਾਰ ਸਨ। ਅਸੀਂ ਇਹ ਵੇਖਦੇ ਹਾਂ ਜੋ ਉਹ ਬੇਪ੍ਰਤੀਤੀ ਦੇ ਕਾਰਨ ਉਸ ਵਿੱਚ ਵੜ ਨਾ ਸਕੇ।
ਕਿਹਾ ਜਾਂਦਾ ਹੈ ਕਿ ਆਣਾਗੇਕਾਰੀ ਹੀ ਸਭ ਤੋਂ ਵੱਡਾ ਕਾਰਕ ਹੈ ਜਿਸ ਨੇ ਉਹਨਾਂ ਨੂੰ ਕਨਾਨ ਵਿੱਚ ਪ੍ਰਵੇਸ਼ ਕਰਨ ਤੋਂ ਰੋਕਿਆ। ਵਿਵਸਥਾ ਸਾਰ ਅਧਿਆਇ 8 ਵਿੱਚ ਵੀ ਇਹ ਕਿਹਾ ਗਿਆ ਹੈ ਕਿ ਪਰਮੇਸ਼ਵਰ ਨੇ ਹਰ ਦਿਨ ਇਹ ਵੇਖਣ ਲਈ ਉਹਨਾਂ ਦੀ ਪ੍ਰੀਖਿਆ ਕੀਤੀ ਕਿ ਉਹ ਉਹਨਾਂ ਦੇ ਹੁਕਮਾਂ ਨੂੰ ਮੰਨਣਗੇ ਜਾਂ ਨਹੀਂ। 40 ਸਾਲਾਂ ਤੱਕ ਜੰਗਲ ਵਿੱਚ ਉਹਨਾਂ ਦੀ ਯਾਤਰਾ ਦੌਰਾਨ ਪਰਮੇਸ਼ਵਰ ਨੇ ਦੇਖਿਆ ਕਿ ਉਹਨਾਂ ਦੇ ਮਨ ਆਗੇਕਾਰੀ ਹਨ ਜਾਂ ਨਹੀਂ। ਅੰਤ ਵਿੱਚ ਜਦੋਂ ਅਸੀਂ ਇਬਰਾਨੀ ਅਧਿਆਇ 3 ਵਚਨ 18 ਦੇ ਸਿੱਟੇ ਉੱਤੇ ਇੱਕ ਨਜ਼ਰ ਪਾਉਂਦੇ ਹਾਂ ਤਦ ਅਸੀਂ ਦੇਖ ਸਕਦੇ ਹਾਂ ਕਿ ਜੋ ਆਗਿਆ ਨਹੀਂ ਮੰਨਦੇ ਉਹ ਸਦੀਪਕ ਆਰਾਮ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਆਤਮਿਕ ਤੌਰ ਤੇ ਇਸ ਦਾ ਮਤਲਬ ਹੈ ਕਿ ਉਹ ਸਵਰਗ ਵਿੱਚ ਸਦੀਪਕ ਆਰਾਮ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਇਹ ਇਸ ਵਚਨ ਦੁਆਰਾ ਸਪਸ਼ਟ ਰੂਪ ਨਾਲ ਸਮਝਾਇਆ ਗਿਆ ਹੈ। ਅਧਿਆਇ 4 ਵਚਨ 6 ਵਿੱਚ ਵੀ ਪਰਮੇਸ਼ਵਰ ਦੇ ਵਚਨਾਂ ਦਾ ਇੱਕ ਹੀ ਅਰਥ ਹੈ। ਸੋ ਜਦੋਂ ਕਈਆਂ ਲਈ ਉਸ ਵਿੱਚ ਵੜਨਾ ਅਜੇ ਬਾਕੀ ਰਹਿੰਦਾ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ਖਬਰੀ ਸੁਣਾਈ ਗਈ ਸੀ ਉਹ ਅਨਾਗਿਕਾਰਿਤਾ ਦੇ ਕਾਰਨ ਉਹਨਾਂ ਨਾਲ ਕੀ ਹੋਇਆ, ਉਹ ਉਸ ਵਿੱਚ ਨਾ ਵੜ ਸਕੇ ਕਿਉਂਕਿ ਉਹਨਾਂ ਨੇ ਅਣਆਗਿਆਕਾਰੀ ਕੀਤੀ ਅਤੇ ਪ੍ਰਵੇਸ਼ ਨਹੀਂ ਕਰ ਸਕੇ। ਪਰਮੇਸ਼ਰ ਨੇ ਵਚਨ 7 ਵਿੱਚ ਕੀ ਕਿਹਾ, ਤਾਂ ਉਹ ਫਿਰ ਇੰਨੇ ਚਿਰ ਮਗਰੋਂ ਦਾਊਦ ਦੀ ਜ਼ੁਬਾਨੀ ਕਿਸੇ ਇੱਕ ਦਿਨ ਦੀ ਗੱਲ ਕਰਦਾ ਹੋਇਆ ਉਸ ਨੂੰ ਅੱਜ ਦਾ ਦਿਨ ਕਹਿੰਦਾ ਹੈ, ਜਿਵੇਂ ਅੱਗੇ ਕਿਹਾ ਗਿਆ ਸੀ, ਜੇ ਤੁਸੀਂ ਉਹਦੀ ਆਵਾਜ਼ ਸੁਣੋ। ਜੇਕਰ ਅੱਜ ਸਾਨੂੰ ਉਹਨਾਂ ਦਾ ਸ਼ਬਦ ਸੁਣਨ ਦਾ ਮੌਕਾ ਦਿੱਤਾ ਜਾਏ ਤਦ ਸਾਨੂੰ ਕੀ ਨਹੀਂ ਕਰਨਾ ਚਾਹੀਦਾ? ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਜਦੋਂ ਅਸੀਂ ਉਹਨਾਂ ਦਾ ਵਚਨ ਸੁਣਦੇ ਹਾਂ ਤਦ ਸਾਡੇ ਕੋਲ ਅਣਆਗਿਆਕਾਰੀ ਮਨ ਨਹੀਂ ਹੋਣਾ ਚਾਹੀਦਾ, ਸਾਨੂੰ ਨੂਹ ਵਾਂਗ ਹੋਣਾ ਚਾਹੀਦਾ ਹੈ। ਇਹ ਲਿਖਿਆ ਹੈ, ਨੂਹ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਪਰਮੇਸ਼ਰ ਨੇ ਉਸ ਨੂੰ ਹੁਕਮ ਦਿੱਤਾ ਸੀ। ਜਦੋਂ ਪਰਮੇਸ਼ਰ ਦੇ ਵਚਨ ਦੀ ਗੱਲ ਆਉਂਦੀ ਹੈ ਤਦ ਬਚਾਏ ਜਾਣ ਵਾਲਿਆਂ ਦਾ ਮਨ ਕਠੋਰ ਨਹੀਂ ਹੁੰਦਾ। ਅਜਿਹਾ ਇਸ ਲਈ ਹੈ ਕਿਉਂਕਿ ਉਹ ਪਰਮੇਸ਼ਰ ਦਾ ਪਾਲਣ ਕਰਨ ਲਈ ਤਿਆਰ ਰਹਿੰਦੇ ਹਨ। ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਆਓ ਵਚਨ 11 ਵੇਖੀਏ। ਸੋ ਆਓ ਅਸੀਂ ਉਸ ਰਾਹ ਵਿੱਚ ਵੜਨ ਦਾ ਯਤਨ ਕਰੀਏ, ਭਾਈ ਕੋਈ ਉਹਨਾਂ ਵਾਂਗੂ ਅਣਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ। ਸਾਨੂੰ ਉਹਨਾਂ ਵਾਂਗ ਆਗਿਆ ਨਾ ਮੰਨਣ ਤੋਂ ਰੋਕਣ ਲਈ ਪਰਮੇਸ਼ਰ ਨੇ ਪੁਰਾਣੇ ਨਿਯਮ ਦੇ ਇਤਿਹਾਸ ਨੂੰ ਸਾਡੇ ਲਈ ਇੱਕ ਪਰਛਾਵੇਂ ਅਤੇ ਉਦਾਹਰਣ ਦੇ ਰੂਪ ਵਿੱਚ ਤਿਆਰ ਕੀਤਾ। ਅੱਜ ਵੀ ਪਰਮੇਸ਼ਰ ਪੂਰੀ ਦੁਨੀਆ ਵਿੱਚ ਸਾਰੀ ਮਨੁੱਖ ਜਾਤੀ ਨੂੰ ਬਚਾਉਣ ਲਈ ਖੁਸ਼ ਹੁੰਦੇ ਹਨ। ਪਰ ਇਸ ਧਰਤੀ ਉੱਤੇ ਰਹਿੰਦੇ ਹੋਏ ਲੋਕਾਂ ਦੇ ਜੀਵਨ ਵੱਖੋ ਵੱਖਰੇ ਮੁੱਲ, ਸੋਚਣ ਦਾ ਤਰੀਕਾ ਅਤੇ ਵੱਖੋ ਵੱਖਰੇ ਟੀਚੇ ਹੁੰਦੇ ਹਨ। ਇੱਕ ਪਲ ਲਈ ਉਹ ਪਰਮੇਸ਼ਰ ਦੇ ਵਚਨ ਨਾਲ ਖੜੇ ਹੁੰਦੇ ਹਨ, ਪਰ ਉਹ ਕਈ ਵਾਰ ਸੋਚਦੇ ਹਨ, ਮੈਂ ਪਰਮੇਸ਼ਰ ਦੇ ਵਚਨ ਦੁਆਰਾ ਜਿਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਇਹ ਥੋੜਾ ਅਸੁਵਿਧਾਜਨਕ ਲੱਗਦਾ ਹੈ। ਮੇਰੇ ਆਲੇ ਦੁਆਲੇ ਦੇ ਲੋਕ ਮੇਰਾ ਆਦਰ ਨਹੀਂ ਕਰਦੇ, ਮੈਂ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਮਿਲ ਨਹੀਂ ਸਕਦਾ। ਅਜਿਹੇ ਵਿਚਾਰ ਕਿਸੇ ਦੇ ਮਨ ਵਿੱਚ ਆ ਸਕਦੇ ਹਨ। ਆਪਣੇ ਜੀਵਨ ਦਾ ਆਨੰਦ ਲੈਣ ਲਈ ਉਹ ਪਰਮੇਸ਼ਰ ਦੇ ਕੁਝ ਵਚਨਾਂ ਨੂੰ ਨਜ਼ਰ ਅੰਦਾਜ਼ ਕਰਦੇ ਹਨ। ਮੈਂ ਪਰਮੇਸ਼ਰ ਦੇ ਵਚਨ ਦਾ 90% ਕਰ ਰਿਹਾ ਹਾਂ, ਇਸ ਲਈ ਭਾਵੇਂ ਮੈਂ 10% ਦੀ ਪਾਲਣ ਨਾ ਕਰਾਂ ਫਿਰ ਵੀ ਇਹ ਠੀਕ ਹੋਵੇਗਾ। ਫਿਰ ਬਾਅਦ ਵਿੱਚ ਉਹ ਸੋਚਣਗੇ 50% ਹੋਣ ਤੇ ਵੀ ਇਹ ਠੀਕ ਹੋਵੇਗਾ। ਅੰਤ ਵਿੱਚ ਉਹ ਕਹਿਣਗੇ ਭਾਵੇਂ ਮੈਂ 90% ਪਾਲਣਾ ਨਹੀਂ ਕਰਦਾ ਫਿਰ ਵੀ ਇਹ ਠੀਕ ਹੈ, ਘੱਟੋ ਘੱਟ ਕਿ ਮੈਂ 10% ਪਾਲਣਾ ਨਹੀਂ ਕਰ ਰਿਹਾ, ਕਿਉਂਕਿ ਇਹ ਵਾਰ-ਵਾਰ ਹੁੰਦਾ ਹੈ। ਇਸ ਲਈ ਪਰਮੇਸ਼ਰ ਨੇ ਰਾਜਾ ਸ਼ਾਉਲ ਦੇ ਇਤਿਹਾਸ ਦੁਆਰਾ ਕਿਹਾ ਕਿ ਅੱਧੀ ਆਗਿਆਕਾਰੀ ਅਤੇ ਅੱਧੀ ਅਣਆਗਿਆਕਾਰੀ 100% ਆਗਿਆ ਨਾ ਮੰਨਣ ਦੇ ਬਰਾਬਰ ਹੈ। ਇਸ ਤੋਂ ਇਲਾਵਾ ਆਓ ਅਸੀਂ ਇਸ ਬਾਰੇ ਸੋਚੀਏ ਕਿ ਜਦੋਂ ਰਾਜਾ ਸਿਦਕਿਯ੍ਯਾਹ ਅਤੇ ਯਹੂਦਾ ਦੇ ਲੋਕਾਂ ਨੇ ਪਹਿਲਾਂ 100% ਆਗਿਆ ਮੰਨੀ ਪਰ ਫਿਰ ਥੋੜੀ ਦੇਰ ਬਾਅਦ 100% ਦੀ ਅਣਆਗਿਆਕਾਰੀ ਕੀਤੀ। ਅਤੇ ਨਾਲ ਹੀ ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 14 ਵਿੱਚ ਰਸੂਲ ਯੋਹਨਾ ਦੁਆਰਾ ਦਿਖਾਏ ਗਏ ਪਰਮੇਸ਼ਰ ਦੇ ਲੋਕਾਂ ਬਾਰੇ ਸੋਚੀਏ ਜੋ ਬਚਾਏ ਜਾਣਗੇ। ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਸ ਦਾ ਪਾਲਣ ਕਰਦੇ ਹਨ, ਉਹ ਸਿਰਫ ਥੋੜੀ ਦੇਰ ਲਈ ਉਸ ਦਾ ਪਾਲਣ ਨਹੀਂ ਕਰਦੇ। ਸਥਿਤੀ ਜਾਂ ਸਮੇਂ ਦੀ ਪਰਵਾਹ ਨਾ ਕਰਦੇ ਹੋਏ ਪਰਮੇਸ਼ਰ ਦੇ ਲੋਕ ਅੰਤ ਤੱਕ ਲਗਾਤਾਰ ਉਹਨਾਂ ਦੀ ਇੱਛਾ ਦਾ ਪਾਲਣ ਕਰਦੇ ਹਨ। ਅੱਜ ਪਰਮੇਸ਼ਰ ਸਾਨੂੰ ਬਾਈਬਲ ਵਿੱਚ ਦਰਜ ਵੱਖ-ਵੱਖ ਮਾਮਲਿਆਂ ਰਾਹੀਂ ਸਿਖਾਉਂਦੇ ਹਨ ਕਿ ਸੱਚੀ ਆਗਿਆਕਾਰਿਤਾ ਕੀ ਹੈ ਜੋ ਪਰਮੇਸ਼ਰ ਆਪਣੇ ਲੋਕਾਂ ਵਿਚਕਾਰ ਚਾਹੁੰਦੇ ਹਨ ਅਤੇ ਭਾਲਦੇ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਦੁਆਰਾ ਅਸੀਂ ਸਾਨੂੰ ਬਚਾਉਣ ਲਈ ਪਰਮੇਸ਼ਰ ਦੀ ਇੱਛਾ ਨੂੰ ਦੇਖ ਸਕਦੇ ਹਾਂ। ਇਸ ਲਈ ਵਿਵਸਥਾ ਸਾਰ ਅਧਿਆਇ 8 ਵਿੱਚ ਲਿਖਿਆ ਹੈ, ਜੰਗਲ ਵਿੱਚ 40 ਸਾਲਾਂ ਦੀ ਯਾਤਰਾ ਦੌਰਾਨ ਪਰਮੇਸ਼ਰ ਨੇ ਹਰ ਪਲ ਉਹਨਾਂ ਦੇ ਮਨਾਂ ਦੀ ਜਾਂਚ ਕੀਤੀ। ਉਹ ਇਹ ਜਾਣਨ ਲਈ ਸਾਨੂੰ ਪਰਖਦੇ ਹਨ ਕਿ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਜਾਂ ਨਹੀਂ। ਇਹ ਇਸ ਤੱਥ ਦੇ ਕਾਰਨ ਹੈ ਕਿ ਪਰਮੇਸ਼ਰ ਕੇਵਲ ਸਾਡੀ ਮੁਕਤੀ ਲਈ ਚਿੰਤਿਤ ਹਨ।
ਪਰਮੇਸ਼ਰ ਸਾਡੇ ਪਾਪਾਂ ਨੂੰ ਮਾਫ ਕਰਕੇ ਅਤੇ ਸਵਰਗ ਵੱਲ ਅਗਵਾਈ ਕਰਕੇ ਸਾਡੀ ਮੁਕਤੀ ਲਈ ਆਪਣੀ ਡੂੰਘੀ ਚਿੰਤਾ ਦਿਖਾਉਂਦੇ ਹਨ। ਪਰ ਜੇਕਰ ਲੋਕਾਂ ਦੇ ਮਨ ਅਤੇ ਦਿਲ ਪਰਮੇਸ਼ਰ ਨਾਲ ਨਹੀਂ ਮਿਲਦੇ, ਤਦ ਉਹ ਉਹਨਾਂ ਦੀ ਅਗਵਾਈ ਦੀ ਪਾਲਣਾ ਨਹੀਂ ਕਰ ਸਕਦੇ। ਜੇ ਅਸੀਂ ਸਵਰਗ ਦੀ ਆਸ ਕਰਦੇ ਹਾਂ ਅਤੇ ਮੁਕਤੀ ਦੀ ਉਮੀਦ ਰੱਖਦੇ ਹਾਂ, ਤਦ ਕੀ ਸਾਨੂੰ ਆਪਣੇ ਜੀਵਨ ਦੇ ਬਾਕੀ ਦਿਨਾਂ ਵਿੱਚ ਅੰਤ ਤੱਕ ਉਹਨਾਂ ਦੀ ਅਗਵਾਈ ਵਿੱਚ ਨਹੀਂ ਚੱਲਣਾ ਚਾਹੀਦਾ? ਜਦੋਂ ਇਹ ਪੂਰੀ ਤਰ੍ਹਾਂ ਅਤੇ ਤੇਜ਼ੀ ਨਾਲ ਕੀਤਾ ਜਾਏਗਾ, ਸਿਰਫ ਤਦ ਧਰਤੀ ਉੱਤੇ ਪਰਮੇਸ਼ਰ ਦਾ ਨਿਆਂ ਆ ਜਾਵੇਗਾ। ਕਿ ਦੂਸਰਾ ਕੋਰਿੰਥੀਓ ਦੇ 10 ਅਧਿਆਇ ਵਿੱਚ ਇਹ ਨਹੀਂ ਕਿਹਾ ਗਿਆ ਹੈ ਕਿ ਜਾਂ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰ੍ਹਾਂ ਦੀ ਅਨਾਗਿਆਕਾਰੀ ਦਾ ਵਟਾ ਲੈਣ ਨੂੰ ਤਿਆਰ ਹਾਂ। ਆਓ ਅਸੀਂ ਦੂਸਰਾ ਕੋਰਿੰਥੀਓ ਦੇ 10 ਉੱਤੇ ਜਾਈਏ। ਆਓ ਦੂਸਰਾ ਕੋਰਿੰਥੀਓ ਦੇ 10 ਵਚਨ 4 ਦੇਖੀਏ। ਇਸ ਲਈ ਜੋ ਸਾਡੇ ਯੁੱਧ ਦੇ ਸ਼ਸਤਰ ਸਰੀਰਕ ਨਹੀਂ, ਸਗੋਂ ਪਰਮੇਸ਼ਰ ਦੇ ਭਾਣੇ ਕਿੱਲਿਆਂ ਦੇ ਢਾਹ ਦੇਣ ਲਈ ਡਾਢੇ ਤਕੜੇ ਹਨ। ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ, ਭਾਈ ਉਹ ਮਸੀਹ ਦਾ ਆਗਿਆਕਾਰ ਹੋਵੇ ਅਤੇ ਜਾਂ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰ੍ਹਾਂ ਦੀ ਅਣਆਗਿਆਕਾਰੀ ਦਾ ਵੱਟਾ ਲੈਣ ਨੂੰ ਤਿਆਰ ਹਾਂ। ਅੰਤ ਵਿੱਚ ਜਦੋਂ ਸਾਨੂੰ ਪਰਮੇਸ਼ਰ ਤੇ ਸੰਪੂਰਨ ਵਿਸ਼ਵਾਸ ਹੋ ਜਾਏਗਾ ਅਤੇ ਉਹਨਾਂ ਦੇ ਬਚਨ ਪ੍ਰਤੀ ਆਗਿਆਕਾਰੀ ਹੋਣਗੇ, ਤਦ ਸਾਰੀ ਮਨੁੱਖ ਜਾਤੀ ਦਾ ਨਿਆਂ ਕੀਤਾ ਜਾਏਗਾ। ਪਰਮੇਸ਼ਰ ਨੇ ਸਾਨੂੰ ਦੱਸਿਆ ਹੈ ਕਿ ਉਹ ਇਸ ਦੁਨੀਆ ਨੂੰ ਉਹਨਾਂ ਦੇ ਅਣਆਗਿਆਕਾਰੀ ਕੰਮਾਂ ਲਈ ਦੰਡਿਤ ਕਰਨਗੇ। ਯੂਕਰੇਨ ਅਤੇ ਮਿਆਂਮਾਰ ਵਿੱਚ ਸੰਕਟ ਜੋ ਸਾਡੇ ਆਲੇ ਦੁਆਲੇ ਹੋ ਰਹੇ ਹਨ ਅਤੇ ਕਰੋਨਾ ਵਾਇਰਸ ਮਹਾਮਾਰੀ ਵਰਗੀਆਂ ਵੱਡੀਆਂ ਵਿਪਤਾਵਾਂ ਦੇ ਸਾਰੇ ਸੰਕੇਤਾਂ ਵਿਚਕਾਰ ਸਾਨੂੰ ਆਪਣੇ ਆਪ ਤੋਂ ਪੁੱਛਣ ਦੀ ਜ਼ਰੂਰਤ ਹੈ, ਸਾਡੇ ਵਿਸ਼ਵਾਸ ਵਿੱਚ ਕੀ ਕਮੀ ਹੈ? ਜਦੋਂ ਪਰਮੇਸ਼ਰ ਸਾਡੇ ਵਿਸ਼ਵਾਸ ਦੀ ਪ੍ਰੀਖਿਆ ਲੈਂਦੇ ਹਨ, ਤਦ ਕੀ ਸਾਨੂੰ ਮਾੜੇ ਅੰਕ ਮਿਲ ਰਹੇ ਹਨ ਜਾਂ ਚੰਗੇ ਅੰਕ ਮਿਲ ਰਹੇ ਹਨ? ਇਹਨਾਂ ਗੱਲਾਂ ਨੂੰ ਇੱਕ ਵਾਰ ਫਿਰ ਸਾਡੇ ਦਿਲਾਂ ਉੱਤੇ ਉਕਰੀ ਕਰਦੇ ਹੋਏ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅਤੇ ਮੈਂ ਪਰਮੇਸ਼ਰ ਦੀ ਕਿਰਪਾਪੂਰਨ ਸਿੱਖਿਆਵਾਂ ਅਨੁਸਾਰ ਜਿੱਥੇ ਕਿਤੇ ਵੀ ਉਹ ਸਾਨੂੰ ਲੈ ਜਾਂਦੇ ਹਨ, ਉਹਨਾਂ ਦਾ ਪਾਲਣ ਕਰਦੇ ਹੋਏ ਵਿਸ਼ਵਾਸ ਹੈ ਕਿ ਧਰਮੀ ਜੀਵਨ ਜੀਵਾਂਗੇ। ਜੇਕਰ ਅਸੀਂ ਸਵਰਗੀ ਮਾਤਾ ਜੀ ਦੇ ਵਚਨ ਸੁਣਦੇ ਹਾਂ, ਤਦ ਅਸੀਂ ਸੌਣ ਵੇਲੇ ਵੀ ਪੱਕਾ ਚੋਲਾਂ ਦਾ ਕੇਕ ਹਾਸਲ ਕਰਾਂਗੇ। ਕਈ ਚੰਗੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੀ ਸਾਨੂੰ ਉਮੀਦ ਨਹੀਂ ਸੀ। ਕਿਰਪਾ ਕਰਕੇ ਇਸ ਉੱਤੇ ਪੱਕਾ ਵਿਸ਼ਵਾਸ ਰੱਖੋ। ਸਾਡੇ ਸਵਰਗੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਰਮੇਸ਼ਰ ਦੇ ਵਚਨ ਅਨੁਸਾਰ ਜਿਉਣ ਲਈ ਕਹਿੰਦੇ ਹੋਏ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।